ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। 110 ਨੰਬਰ ਬੰਦੇ ਤੇ ਆਪਣਾ। ਮਾਝ ਮਹਿਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ। ਬਿਨ ਤਕੜੀ ਤੋਲੈ ਸੰਸਾਰਾ। ਗੁਰਮੁਖ ਹੋਵੈ ਸੋਈ ਬੂਝੈ। ਗੁਣ ਕਹਿ ਗੁਣੀ ਸਮਾਵਨਿਆ। ਹਉ ਵਾਰੀ ਜੀਉ ਵਾਰੀ। ਹਰ ਕਾ ਨਾਮ ਮਨ ਵਸਾਵਨਿਆ। ਜੋ ਸਚ ਲਾਗੇ ਸੇ ਅਨ ਦਿਨ ਜਾਗੇ। ਦਰ ਸਚੈ ਸੋਭਾ ਪਾਵਨਿਆ। ਰਹਾਉ ਆਪ ਸੁਨੈ ਤੈ ਆਪੇ ਵੇਖੈ। ਜਿਸਨੋ ਨਦਰ ਕਰੇ ਸੋਈ ਜਨ ਲੇਖੈ। ਆਪੇ ਲਾਏ ਲਏ ਸੋ ਲਾਗੈ। ਗੁਰਮੁਖ ਸੱਚ ਕਮਾਵਨਿਆ। ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਏ। ਪੂਰਬ ਲਿਖਿਆ ਸੋ ਮਿਟਣਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੇ ਵਡ ਭਾਗੀ। ਪੂਰੈ ਕਰਮ ਮਿਲਾਵਨਿਆ। ਪੀੜੈ ਤਨ ਅੰਦਿਨ ਸੁਤੀ। ਕੰਤ ਵਿਸਾਰੀ ਅਵਗਨ ਮੂਤੀ। ਅਣਦਿਨ ਸਦਾ ਫਿਰੈ ਬਿਲਲਾਦੀ। ਬਿਨ ਪੀਰ ਨੀਂਦ ਨ ਪਾਵਨਿਆ। ਪੀੜੈ ਸੁਖ ਦਾਤਾ ਜਾਤਾ। ਹਉਮੈ ਮਾਰ ਗੁਰ ਸ਼ਬਦ ਪਛਾਤਾ। ਸੇਜ ਸੁਹਾਵੀ ਸਦਾ ਪਿਰ ਰਾਵੇ। ਸੱਚ ਸ਼ਿੰਗਾਰ ਬਣਾਵਨਿਆ। ਲੱਖ 84
जी उपाय जिसनो नदर करे तिस गुरु मिलाए किल बिख काट सदा जन निर्मल दर सच्चै नाम सुहावनिया लेखा मांगै ता किन दियै सुख नाही फुन दूऐ तीऐ आपे बख्श लए प्रभ साचा आपे बख्श मिलावनिया आप करे तैं आप कराए पूरे गुर कै शब्द मिलाए पूरे गुर कै शब्द मिलाए नानक नाम मिलै वडियाई आपे मेल मिलावनिया वाहिगुरु जी का खालसा वाहिगुरु जी की फतेह। गुरु अमर पातशाह जी का तीजे पातशाह जी का माਝ राग ਦੇ ਵਿੱਚ ਅਸ਼ਟਪਦੀ ਹੈ ਇਹ 110 ਨੰਬਰ ਪੰਨੇ ਤੇ। ਗੁਰੂ ਜੀ ਕਹਿੰਦੇ ਨੇ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਮੇਰਾ ਪਿਆਰਾ ਪ੍ਰਭੂ ਆਪ ਪਵਿੱਤਰ ਸਰੂਪ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਗੁਰੂ ਜੀ ਕਹਿੰਦੇ ਮੇਰਾ ਜੋ ਪਿਆਰਾ ਪ੍ਰਭੂ ਹੈ ਉਹ ਬੜਾ ਪਵਿੱਤਰ ਹੈ, ਅਪਹੁੰਚ ਹੈ, ਬੇਅੰਤ ਹੈ। ਬਿਨ ਤਕੜੀ ਤੋਂ ਲੈ ਸੰਸਾਰਾ, ਉਹ ਤਕੜੀ ਤੋਂ ਬਿਨਾਂ ਹੀ ਸਾਰੇ ਸੰਸਾਰ ਦੇ ਜੀਵਾਂ ਨੂੰ ਪਰਖਦਾ ਰਹਿੰਦਾ ਹੈ। ਤਕੜੀ ਤੋਂ ਬਿਨਾਂ ਦਾ ਮਤਲਬ ਕੀ ਹੋਇਆ, ਉਹਨੂੰ ਉਹ ਉੱਪਰੋਂ ਨਹੀਂ ਦੇਖਦਾ। ਜਿਵੇਂ ਤਕੜੀ ਕੀ ਕਰਦੀ ਹੈ, ਭਾਰ ਤੋਲਦੀ ਹੈ ਨਾ, ਤਕੜੀ ਦੇ ਵਿੱਚ ਇੱਕ ਪਾਸੇ ਆਪਾਂ ਕਿਲੋ ਦਾ ਵੱਟਾ ਪਾ ਦਈਏ, ਕਿਹੜਾ ਵੱਟਾ ਪਾ ਦਈਏ, ਅਤੇ ਦੂਜੇ ਪਾਸੇ ਜੇ ਆਪਾਂ ਪੱਥਰ ਰੱਖ ਦਈਏ ਤਾਂ ਵੀ ਉਹਨੇ ਕਿਲੋ ਦੱਸਣਾ। ਪੱਥਰ ਰੱਖ ਦਈਏ ਤੋਲੂਗੀ ਤਾਂ ਉਹਨੂੰ ਕਿਲੋਆਂ ਦੇ ਹਿਸਾਬ ਨਾਲ ਪੱਥਰ ਨੂੰ ਵੀ, ਮਿੱਟੀ ਰੱਖ ਦਈਏ ਉਹਨੂੰ ਵੀ ਕਿਲੋਆਂ ਦੇ ਹਿਸਾਬ ਨਾਲ ਤੋਲੂਗੀ, ਚਾਂਦੀ ਰੱਖ ਦਈਏ, ਲੋਹਾ ਰੱਖ ਦਈਏ, ਸੋਨਾ ਰੱਖ ਦਈਏ, ਉਹਨੂੰ ਕਿਲੋਆਂ ਦੇ ਹਿਸਾਬ ਨਾਲ ਹੀ ਤੋਲੂਗੀ। ਮਤਲਬ ਕਿ ਉਹਨੂੰ ਇਹ ਪਤਾ ਨਹੀਂ ਲੱਗਦਾ ਤਕੜੀ ਨੂੰ ਕਿ ਕਿਹੜਾ ਸੋਨਾ, ਕਿਹੜਾ ਮਿੱਟੀ, ਕਿਹੜਾ ਲੋਹਾ, ਕਿਹੜਾ ਚਾਂਦੀ, ਕਿਹੜੀ ਚੀਜ਼ ਹੈ। ਪਰ ਜੋ ਪਰਮ ਪਿਤਾ ਪਰਮਾਤਮਾ ਹੈ ਉਹ ਬਿਨਾਂ ਤਕੜੀ ਤੋਂ ਤੋਲਦਾ, ਭਾਵ ਉਹ ਹਰ ਇੱਕ ਜੀਵ ਦੇ ਗੁਣ ਔਗਣ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹਦਾ ਵੇਟ ਦੇਖ ਕੇ ਨਹੀਂ ਤੋਲਦਾ ਵੀ ਇਹਦਾ ਵੇਟ ਭਾਰਾ ਹੈ, ਇਹਦਾ ਹਲਕਾ ਹੈ। ਉਹ ਦੇਖਦਾ ਹੈ ਕਿ ਇਹਦੇ ਕਰਮ ਕੈਸੇ ਨੇ, ਕਿਉਂਕਿ ਜਿਹੜੇ ਕਰਮ ਨੇ ਉਹ ਕਿਸੇ ਵੇਟਸ ਤਾਂ ਆਉਂਦੇ ਨਹੀਂ ਹੈਗੇ। ਉਹ ਤਕੜੀਆਂ ਤੋਲੇ ਤਾਂ ਜਾ ਨਹੀਂ ਸਕਦੇ ਵੀ ਇਹਨੇ ਕਿੰਨੇ ਕਿਲੋ ਚੰਗੇ ਕੰਮ ਕੀਤੇ ਨੇ, ਕਿਲੋ ਮਾੜੇ ਕੰਮ ਕੀਤੇ ਨੇ, ਐਸਾ ਤੋਲ ਤਾਂ ਨਹੀਂ ਸਕਦੇ ਆਪਾਂ। ਪਰ ਪਰਮਾਤਮਾ ਤਾਂ ਹੀ ਬਿਨਾਂ ਤਕੜੀ ਤੋਂ ਤੋਲਦਾ ਹੈ। ਉਹ ਸਾਰੇ ਸੰਸਾਰ ਦੇ ਜੀਵਾਂ ਨੂੰ ਪਰਖਦਾ ਹੈ, ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ। ਗੁਰਮੁਖ ਹੋਵੈ ਸੋਈ ਬੂਝੈ, ਜੋ ਗੁਰੂ ਦੇ ਸਨਮੁਖ ਹੁੰਦੇ ਹਨ। ਗੁਰਮੁਖ ਹੋਵੈ, ਗੁਰਮੁਖ ਗੁਰੂ ਵੱਲ ਮੁਖ, ਭਾਵ ਗੁਰੂ ਦੇ ਸਨਮੁਖ ਹੋਣਾ, ਗੁਰੂ ਅਨੁਸਾਰ ਜਿਹੜੇ ਚੱਲਦੇ ਨੇ, ਕਹਿੰਦੇ ਉਹੀ ਇਸ ਗੱਲ ਨੂੰ ਬੁੱਝ ਪੈਂਦੇ ਨੇ, ਉਹੀ ਇਸ ਗੱਲ ਨੂੰ ਬੁੱਝ ਪਾਉਂਦੇ ਨੇ, ਸਮਝ ਪਾਉਂਦੇ ਨੇ ਕਿ ਗੁਣ ਕਹਿ ਗੁਣੀ ਸਮਾਵਨਿਆ। ਉਹ ਪਰਮਾਤਮਾ ਦੇ ਗੁਣਾਂ ਨੂੰ ਕਹਿ ਕੇ, ਗੁਣ ਕਹਿ ਗੁਣੀ, ਗੁਣ ਕਹਿ ਗੁਣੀ, ਗੁਣ ਕਹਿ ਗੁਣਾਂ ਨੂੰ ਕਹਿ ਕੇ, ਗੁਣਾਂ ਦੀ ਗੱਲ ਕਰ ਕੇ ਵੀ ਆ ਵੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਮਿੱਠਾ ਬੋਲਣਾ ਚਾਹੀਦਾ ਹੈ, ਚੰਗਾ ਬੋਲਣਾ ਚਾਹੀਦਾ ਹੈ, ਨਿੰਦਿਆ ਚੁਗਲੀ ਬਚਨੀਆਂ, ਠੱਗੀ ਨਹੀਂ ਮਾਰਨੀ, ਗੁਣ ਕਹੀ ਜਾਂਦੇ ਆਪਾਂ, ਕਹਿ ਰਹੇ ਹਾਂ ਨਾ। ਪਰ ਉਹ ਗੁਣੀ ਸਮਾਵਣੇ ਆ, ਉਹ ਗੁਣਾਂ ਵਰਗੀ ਬਣ ਜਾਂਦੇ ਨੇ। ਆਪਾਂ ਬਾਣੀ ਨਾ ਪਾਉਂਦੇ, ਆਪਾਂ ਗੱਲਾਂ ਕਰੀ ਜਾਂਦੇ, ਪਰ ਬਾਣੀ ਦੇ ਇਹ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਸੋਝੀ ਪ੍ਰਾਪਤ ਕਰਦੇ ਨੇ, ਉਹ ਗੁਣਾਂ ਨੂੰ ਕਹਿੰਦੇ ਨਹੀਂ, ਗੁਣਾਂ ਨੂੰ ਕਹਿ ਕੇ ਗੁਣੀ ਸਮਾਵਣੇ, ਉਹ ਗੁਣਾਂ ਵਾਲੇ ਵਰਗੇ ਬਣ ਜਾਂਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਭਾਵ ਉਹਨੇ ਵਰਗੇ ਹੀ ਬਣ ਜਾਂਦੇ ਨੇ। ਗੁਣੀ ਸਮਾਵਨੇ ਆ, ਇਹ ਹੈ ਸਾਡੀ ਅਸਲ ਦੇ ਵਿੱਚ ਸੱਚ, ਸਾਡਾ ਜੋ ਅਸੀਂ ਕਰਮ ਕਰਨੇ ਨੇ, ਜੋ ਅਸਲ ਦੇ ਵਿੱਚ ਸਾਡੇ ਜੀਵਨ ਦਾ ਉਪਦੇਸ਼ ਹੈ,
ਸਾਡੇ ਜੀਵਨ ਨੇ ਜੋ ਬਣਨਾ ਹੈ, ਆਹ ਤੁਕ ਦੇ ਵਿੱਚ ਅਸੀਂ ਅਗਰ ਧਿਆਨ ਨਾ ਕਰੀਏ, ਅਸੀਂ ਇਹ ਤੁਕ ਬਣਨਾ ਹੈ, ਇਹ ਪੰਕਤੀ ਬਣਨਾ ਹੈ। ਗੁਣਾਂ ਨੂੰ ਕਹਿ ਕੇ ਗੁਣੀ ਸਮਾ ਬਣਿਆ, ਗੁਣਾਂ ਵਿੱਚ ਹੀ ਸਮਾ ਜਾਣਾ। ਭਾਵ ਸਾਡਾ ਜੀਵਨ ਗੁਣਾਂ ਵਰਗਾ ਹੀ ਬਣ ਜਾਵੇ, ਗੁਣ ਬੋਲਣੇ ਨਹੀਂ ਹੈਗੇ, ਗੁਣਾਂ ਵਰਗੇ ਬਣ ਜਾਣਾ ਹੈ। ਇਹ ਇੱਕ ਦੇਖੋ, ਇਹ ਤੁਕ ਜੋ ਗੁਰੂ ਅਮਰ ਪਾਤਸ਼ਾਹ ਜੀ ਸਾਨੂੰ, ਗੁਰੂ ਅਮਰਦਾਸ ਸਾਨੂੰ ਸਮਝਾ ਰਹੇ ਨੇ। ਅਸੀਂ ਬੋਲੀ ਜਾਂਦੇ ਹਾਂ, ਦਿਨ ਰਾਤ ਪਾਠ ਕਰੀ ਜਾਂਦੇ ਹਾਂ। ਜਿਵੇਂ ਕੱਲ੍ਹ ਅਸੀਂ ਗੁਰਦੁਆਰਾ ਸਾਹਿਬ ਗਏ, ਉੱਥੇ ਇੱਕ ਵਿਅਕਤੀ ਨਾਲ ਗੱਲ ਕੀਤੀ, ਵੈਸੇ ਚਲੋ ਮੈਨੇਜਰ ਨਾਲ ਗੱਲ ਕਰਨ ਲੱਗ ਗਏ ਕਿ ਜਿਵੇਂ ਭਾਈ ਅਰਦਾਸ ਦੇ ਵਿੱਚ ਇੱਦਾਂ ਵੀ ਆਪਾਂ ਸ਼ਬਦ ਪੜ੍ਹ ਕੇ ਭੋਗ ਲਵਾਈ ਜਾਂਦੇ ਹਾਂ ਮਹਾਰਾਜ ਨੂੰ, ਜਦ ਕਿ ਮਹਾਰਾਜ ਨੇ ਚੀਜ਼ਾਂ ਮਨਾ ਕੀਤੀਆਂ ਨੇਗੀਆਂ। ਠੀਕ ਹੈ ਜੀ। ਹੁਣ ਚਲ ਮੈਨੇਜਰ ਤਾਂ ਕਹਿੰਦਾ ਬਿਲਕੁਲ ਠੀਕ ਹੈ ਜੀ, ਆਪਾਂ ਤਾਂ ਮਨਾ ਹੀ ਕਰਦੇ ਹਾਂ। ਹੁਣ ਨਾਲ ਇੱਕ ਬਾਬਾ ਬੈਠਾ ਸੀ ਅਤੇ ਕਹਿੰਦੇ ਜੀ ਇਹ ਤਾਂ ਬਹਿਸ ਦੇ ਮੁੱਦੇ ਨੇ, ਵੀ ਇਹ ਤਾਂ ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ। ਠੀਕ ਹੈ ਜੀ। ਕਿਉਂਕਿ ਗੁਰਬਾਣੀ ਉਹਨਾਂ ਨੇ ਕਦੀ ਅਰਥਾਂ ਸਮੇਤ ਪੜ੍ਹੀ ਨਹੀਂ, ਸਮਝੀ ਨਹੀਂ, ਤਾਂ ਉਹਨਾਂ ਦੀ ਇਹ ਬਹਿਸ ਬਣ ਜਾਂਦੀ ਹੈ। ਕਿਉਂਕਿ ਜਿਸ ਨੇ ਸਾਇੰਸ ਦੀ ਕਿਤਾਬ ਨੂੰ ਜਾਂ ਡਾਕਟਰੀ ਦੀ ਪੜ੍ਹਾਈ ਨੂੰ ਕੀਤਾ ਹੀ ਨਹੀਂ, ਉਹਨੂੰ ਚਾਹੇ ਕਰੋਸੀਨ ਦੇ ਦਿਓ, ਚਾਹੇ ਪੈਰਾਸੀਟਾਮੋਲ ਦੇ ਦਿਓ, ਚਾਹੇ ਡੋਲੋ ਦੇ ਦਿਓ, ਉਹਨਾਂ ਲਈ ਤਾਂ ਗੱਲਾਂ ਬਹਿਸ ਨੇ। ਕੋਈ ਕਹਿੰਦਾ ਡੋਲੋ ਦੇ ਦਿਓ ਜੀ, ਕੋਈ ਕਹਿੰਦਾ ਕੁਛ ਦੇ ਦਿਓ, ਕੋਈ ਕਹਿੰਦਾ ਕੁਛ ਦੇ ਦਿਓ। ਉਹ ਤਾਂ ਅਸੀਂ ਡਾਕਟਰ ਦੱਸ ਸਕਦੇ ਨਾ। ਤਾਂ ਗੁਰੂ ਮਹਾਰਾਜ ਨੂੰ ਪੁੱਛੋ ਕਿਹੜੇ ਕੰਮ ਕਰਨੇ, ਕਿਹੜੇ ਨਹੀਂ ਕਰਨੇ। ਫਿਰ ਕਹਿੰਦੇ ਜੀ, ਉਹ ਭਾਈ ਸਾਹਿਬ ਕਹਿੰਦੇ, ਹਾਸੇ ਵਾਲੀ ਗੱਲ ਸੀ, ਕਹਿੰਦੇ ਮੈਂ ਕਿਸੇ ਟਾਈਮ ਪਾਠ ਕਰ ਰਿਹਾ ਸੀ, ਬੈਠਾ ਗੁਰੂ ਮਹਾਰਾਜ ਢਾਬੇ, ਇੱਕ ਬੰਦਾ ਆ ਕੇ ਬੈਠਿਆ, ਮੈਨੂੰ ਕਹਿੰਦੇ ਤੇਰੇ 5 ਕਕਾਰ ਕੀਤੇ ਨੇ। ਕਹਿੰਦਾ ਜੀ ਮੈਨੇ ਕਿਹਾ ਵੀ 5 ਵੀ ਪਾਏ ਵੀ ਹੋਏ ਨੇ, ਨਹੀਂ ਵੀ ਪਾਏ ਹੋਏ। ਬੰਦਾ ਕਹਿੰਦਾ ਹੁਣ ਇਹ ਅਜੀਬੋ-ਗਰੀਬ ਗੱਲ ਨਹੀਂ ਹੋਈ, ਜੇ ਕਕਾਰ ਪਾਇਆ ਹੋਇਆ ਤਾਂ ਪਾਇਆ ਹੀ ਹੋਊਗਾ, ਨਹੀਂ ਪਾਏ ਹੋਏ ਦਾ ਮਤਲਬ ਕੀ ਬਣਦਾ, ਪਾਏ ਨਹੀਂ ਹੋਏ ਸੀਗੇ। ਆਪਣੀ ਗੱਲ ਕਰ ਨਹੀਂ, ਕਹਿੰਦੇ ਜੀ ਮੈਂ ਤਾਂ ਨਿਰਮਲਿਆਂ ਦੇ ਨਾਲ ਜੁੜਿਆ ਹੋਇਆ, ਵੀ ਅੰਮ੍ਰਿਤ ਛਕਿਆ ਹੋਇਆ, ਪਰ ਨਿਰਮਲੇ ਜਿਵੇਂ ਕਕਾਰ ਨਹੀਂ ਪਾਉਂਦੇ ਤਾਂ ਕਕਾਰ ਨਹੀਂ ਪਾਉਂਦੇ, ਵੀ ਇਸ ਨਿਰਮਲਿਆਂ ਨਾਲ ਜੁੜੇ ਹੋਏ ਆ, ਜੋ ਉਹਨੇ ਵਰਡ ਯੂਜ਼ ਕੀਤਾ। ਇਸ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ ਸੀ ਕਕਾਰ ਪਾਣੇ ਜਾਂ ਨਹੀਂ ਪਾਣੇ। ਅਸੀਂ ਸਿੱਖ ਕਿਹਨਾਂ ਦੇ ਹਾਂ, ਸਾਨੂੰ ਇਹ ਤੱਕ ਇਹ ਸਮਝ ਨਹੀਂ ਪੈ ਰਹੀ, ਅਸੀਂ ਚੀਜ਼ਾਂ ਨੂੰ ਹੋਰ ਪਾਸੇ ਲੈ ਜਾਂਦੇ ਹਾਂ। ਅਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕਕਾਰ ਪਵਾਏ ਨੇ, ਤਾਂ ਕਿੰਤੂ ਪਰੰਤੂ ਕੋਈ ਕਿਵੇਂ ਹੈਗਾ ਸਾਡੇ ਕਕਾਰ ਨਹੀਂ ਪਾਣੇ, ਜਾਂ ਕੋਈ ਬੰਦਾ ਇਹ ਵਰਡ ਕਿਵੇਂ ਯੂਜ਼ ਕਰਦਾ ਵੀ ਅੰਮ੍ਰਿਤ ਛਕਿਆ ਹੋਈ ਹੈ। ਕੋਈ ਕਿਵੇਂ ਕਹਿ ਸਕਦਾ, ਜਦ ਤਾਂ ਕਹਿ ਦਿਓ ਭਾਈ ਠੀਕ ਹੈ ਅਸੀਂ ਨਹੀਂ ਪਾਉਂਦੇ, ਸਿੱਧੀ ਗੱਲ ਕਲੀਅਰ ਕਰੋ ਵੀ ਭਾਈ ਨਹੀਂ ਪਾਉਂਦੇ, ਬਈ ਅਸੀਂ ਤਾਂ ਮੈਂ ਨਹੀਂ ਪਾਣੇ ਜਾਂ ਮੈਂ ਨਹੀਂ ਪਾਣੇ, ਮੇਰੀ ਮਰਜ਼ੀ, ਜੋ ਮਰਜ਼ੀ ਕਲੀਅਰ ਕਰੋ ਗੱਲ ਨੂੰ। ਲੋਕਾਂ ਨੂੰ ਭੰਬਲ ਭੁੱਸੇ 'ਚ ਪਾ ਦਿੰਦੇ ਨੇ। ਅਰਦਾਸ ਪੰਥ ਨੇ ਇੱਕ ਬਣਾਈ ਹੈ, ਇਹ ਅਰਦਾਸਾਂ ਵੀ ਅਲੱਗ-ਅਲੱਗ ਕਰੀ ਜਾਂਦੇ ਨੇ। ਫਿਰ ਕਹਿੰਦੇ ਨੇ ਅਸੀਂ ਜੀ ਗੁਰੂ ਨਾਨਕ ਦੀ ਸਿੱਖੀ ਨਾਲ ਜੁੜੇ ਹੋਏ ਹਾਂ। ਜਦ ਕਿ ਸਭ ਤੋਂ ਵੱਧ ਕਨਫਿਊਜ਼ ਇਹਨਾਂ ਡੇਰਿਆਂ ਨੇ ਗੁਰੂ ਨਾਨਕ ਦੀ ਸਿੱਖੀ ਨੂੰ ਕਰਤਾ। ਕਿਉਂਕਿ ਗੁਰੂ ਨਾਨਕ ਦੇਵ ਜੀ ਸਿੱਖੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਕੌਣ ਦੱਸ ਸਕਦਾ ਹੈ। ਗੱਲ ਕਲੀਅਰ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਪੜ੍ਹਨੇ ਸ਼ੁਰੂ ਕਰੋ, ਉਹਨਾਂ ਨੂੰ ਆਪਾਂ ਲਿਖੀ ਚੱਲੋ ਵੀ ਇਹਨਾਂ ਦਾ ਆਹ ਕਹਿੰਦੇ ਨੇ, ਆਹ ਕਹਿੰਦੇ ਨੇ। ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਮਨਾ ਕਰਦੇ ਨੇ ਉਹ ਛੱਡੀ ਚੱਲੋ, ਜਿਹੜੀਆਂ ਕਹਿੰਦੇ ਨੇ ਕਰੋ ਕਰੀ ਚੱਲੋ, ਬਸ ਗੱਲ ਖਤਮ। ਸਿੰਪਲ ਹੈ, ਕੋਈ ਔਖੀ ਗੱਲ ਤਾਂ ਹੈ ਨਹੀਂ, ਕੋਈ ਔਖੀ ਗੱਲ ਹੈਗੀ ਹੈ ਇਸ 'ਚ, ਸਿੰਪਲ ਗੱਲਾਂ ਨੇ। ਪਰ ਇਹਨਾਂ ਸਿੰਪਲ ਗੱਲਾਂ ਨੂੰ ਉਹ ਸਮਝਣਾ ਨਹੀਂ ਚਾਹੁੰਦੇ, ਬਸ ਧੱਕੇ ਨਾਲ ਥੋਪਣਾ ਚਾਹੁੰਦੇ ਨੇ ਵੀ ਨਹੀਂ ਸਾਡੀ ਜੋ ਪਰੰਪਰਾ ਇਸ ਤੋਂ ਹੀ ਕਰਾਂਗੇ, ਕਰੀ ਚੱਲੋ। ਫਿਰ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ, ਕੁਛ ਕਰਨਾ ਚਾਹੁੰਦੇ, ਉਹਨਾਂ ਦੇ ਵਿੱਚ ਟੰਗਣਾ ਨਾ ਅੜਾਓ ਤੁਸੀਂ ਆ ਕੇ। ਇਹ ਤਾਂ ਹੀ ਸਾਡੀ ਪੁਰਾਣੀ ਪਰੰਪਰਾ ਹੈ। ਹੁਣ ਜੇ ਆਪਾਂ ਨਾ ਗੱਲ ਕਰੀਏ ਨਾ ਡੇਰੇ ਵਾਲੇ ਲੋਕਾਂ ਜਿਹੜੇ ਜੁੜੇ ਹੋਏ ਨੇ, ਪਹਿਲਾਂ ਤਾਂ ਲੋਕ ਪੜ੍ਹਦੇ ਵੀ ਨਹੀਂ ਹੁੰਦੇ ਸੀ। ਤੁਸੀਂ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਕਿਉਂ ਪੜ੍ਹਾਉਂਦੇ ਹੋ? ਫਿਰ ਪੜ੍ਹਾਉਣਾ ਬੰਦ ਕਰ ਦਿਓ। ਵੀ ਤਾਂ ਪਹਿਲਾਂ ਕਿਹੜਾ ਪੜ੍ਹਾਉਂਦੇ ਸੀ ਲੋਕ, ਪਹਿਲਾਂ ਕਿਹੜਾ ਘਰਾਂ ਦੇ ਵਿੱਚ ਏਸੀ ਹੁੰਦੇ ਸੀ, ਲੋਕ ਦੀਵਿਆਂ ਦੀ ਲੋਹ 'ਚ ਪੜ੍ਹਦੇ ਸੀ। ਹੁਣ ਤੁਸੀਂ ਦੀਵੇ ਲਾ ਕੇ ਰੱਖਿਆ ਕਰੋ, ਪੁਰਾਣੀ ਪਰੰਪਰਾ ਦੀਵਿਆਂ ਦੀ ਹੋਆ। ਪਹਿਲਾਂ ਲੋਕ ਘੋੜਿਆਂ 'ਤੇ ਜਾਂਦੇ ਸੀ, ਗੱਡਿਆਂ 'ਚ ਜਾਂਦੇ ਸੀ। ਤੁਹਾਡੇ ਬਾਬੇ ਜਾਂ ਤੁਸੀਂ ਗੱਡੀਆਂ 'ਚ ਜਾਂਦੇ ਹੋ, ਤੁਹਾਡੇ ਘਰਾਂ 'ਚ ਗੱਡੀਆਂ ਕਿਉਂ ਨੇ? ਬੰਦ ਕਰ ਦਿਓ ਗੱਡੀਆਂ ਰੱਖਣੀਆਂ, ਤੁਸੀਂ ਪੁਰਾਣੀ ਪਰੰਪਰਾ ਚਲਾਓ ਨਾ ਉੱਦਾਂ ਹੀ। ਫਿਰ ਮਤਲਬ ਕਿ ਆਪਣੀਆਂ ਸੁਵਿਧਾਵਾਂ ਚੀਜ਼ਾਂ ਤਾਂ ਅਸੀਂ ਬਦਲੀ ਜਾਣੀਆਂ ਨੇ। ਜਿਹੜੀਆਂ ਚੀਜ਼ਾਂ ਪਖੰਡਵਾਦ ਪੈਦਾ ਕਰਦੀਆਂ ਨੇ ਉਹ ਨਾ ਸਾਨੂੰ ਬਦਲਣ ਨੂੰ ਕਹੋ, ਉਹ ਅਸੀਂ ਉੱਦਾਂ ਹੀ ਕਰਾਂਗੇ। ਸਾਡੀ ਪਰੰਪਰਾ ਹੈ, ਇਹ ਪਰੰਪਰਾ ਫਿਰ ਪੁਰਾਣੀ, ਸਾਰਾ ਕੁਛ ਉੱਦਾਂ ਰੱਖੋ। ਘੋੜਿਆਂ 'ਤੇ ਜਾਇਆ ਕਰੋ ਇੱਥੇ ਜਾਣਾ, ਗੱਡਿਆਂ 'ਤੇ ਜਾਇਆ ਕਰੋ ਇੱਥੇ ਜਾਣਾ, ਦੀਵੇ ਬਾਲ ਕੇ ਬੈਠੋ ਆਪਣੇ ਘਰਾਂ ਦੇ ਵਿੱਚ। ਫਿਰ ਏਸੀ ਕਿਉਂ ਲਾਏ ਨੇ, ਪੱਖੇ ਕਿਉਂ ਲਾਏ ਨੇ? ਇਹ ਤਾਂ ਨਵੀਂ ਪਰੰਪਰਾ ਸਾਰੀ। ਮੋਬਾਈਲ ਕਿਉਂ ਚੱਕੇ ਨੇ ਹੱਥਾਂ ਦੇ ਵਿੱਚ? ਫਿਰ ਤੁਸੀਂ ਨੇ ਛੱਡ ਦਿਓ। ਮਤਲਬ
ਇਹ ਚੀਜ਼ਾਂ ਤਾਂ ਅਸੀਂ ਬਦਲ ਲਾਂਗੇ ਜਿਹੜੀ ਸਾਨੂੰ ਫਾਇਦਾ ਦਿੰਦੀਆਂ ਨੇ, ਪਰ ਜਿਹੜੀ ਗੁਰਬਾਣੀ ਸਾਨੂੰ ਸਹੀ ਸੇਧ ਦਿੰਦੀ ਹੈ ਬਸ ਉਹ ਨਾ ਸਾਨੂੰ ਦੱਸੋ। ਉਹ ਅਸੀਂ ਆਪਣੇ ਉਹੀ ਪੁੱਠੇ ਕੰਮਾਂ 'ਚ ਕਰੀ ਜਾਣੀ ਹੈ, ਜਿਹੜੇ ਸਾਨੂੰ ਅਸੀਂ ਗਲਤ ਰਸਤਿਆਂ ਤੁਰੇ ਹੋਏ ਹਾਂ, ਜਾਂ ਪੁਜਾਰੀਵਾਦ ਦੀਆਂ ਪਰੰਪਰਾਵਾਂ ਅਸੀਂ ਧੱਕੇ ਨਾਲ ਬਾੜ ਲਈਆਂ ਵੀ ਅਸੀਂ ਤਾਂ ਉਹੀ ਰੱਖਾਂਗੇ, ਉਹ ਨਹੀਂ ਬਦਲਦੇ ਅਸੀਂ। ਇਹ ਵਿਚਾਰ ਕਈ ਵਾਰ ਕਹਿੰਦੇ ਆ ਵੀ ਇਹ ਪਹਿਲਾਂ ਕਿਉਂ ਨਹੀਂ ਲੋਕ ਬੋਲਦੇ ਸੀਗੇ। ਦੇਖੋ ਫਰਕ ਕੀ ਪਿਆ, ਜਦੋਂ ਆਪਾਂ ਜਾਣਦੇ ਹਾਂ ਸੰਨ 1800 ਤੋਂ ਪਹਿਲਾਂ, ਸੰਨ 1800 ਤਾਂ ਉਦੋਂ ਕੋਈ ਪਖੰਡਵਾਦ ਨਹੀਂ ਸੀ ਗੁਰਸਿੱਖਾਂ ਦੇ ਵਿੱਚ, ਕਿਉਂਕਿ ਗੁਰਸਿੱਖ ਉਸ ਟਾਈਮ ਉਹ ਸਾਰਾ ਗੁਰਸਿੱਖ ਉਸ ਟਾਈਮ ਪੜ੍ਹੇ ਲਿਖੇ ਸੀ ਜ਼ਿਆਦਾਤਰ। ਇੱਕ ਅੱਧਾ ਨਾ ਪੜ੍ਹਿਆ ਹੋਵੇ ਹੋ ਸਕਦਾ, ਨਹੀਂ ਗੁਰਸਿੱਖ ਸਾਰੇ ਪੜ੍ਹਦੇ ਸੀਗੇ। ਦੇਖੋ ਜੇ ਗੁਰਸਿੱਖ ਜੰਗਲਾਂ 'ਚ ਰਹਿੰਦੇ ਸੀ, ਉਹ ਪਾਠ ਕਰਦੇ ਸੀ, ਜਦੋਂ ਪੜ੍ਹੇ ਸਿੱਖੇ ਤਾਂ ਹੀ ਪਾਠ ਕਰਦੇ ਸੀ ਨਾ, ਉਹ ਪੜ੍ਹੇ ਲਿਖੇ ਸੀ। ਪ੍ਰੋਬਲਮ ਸ਼ੁਰੂ ਹੋਈ ਆ ਸੰਨ 1800 ਤੋਂ ਬਾਅਦ ਜਾ ਕੇ ਅਨਪੜ੍ਹਤਾ ਦੀ, ਜਦੋਂ ਅਸੀਂ ਦੁਬਾਰਾ ਸਾਡਾ ਸਿਸਟਮ ਆ ਡੇਰਿਆਂ ਦੇ, ਜਿਹਨਾਂ ਨੂੰ ਇਹ ਨਿਰਮਲ ਜਾਂ ਹੋਰ ਡੇਰੇ ਉਹਨਾਂ ਦੇ ਹੱਥ 'ਚ ਆ ਗਿਆ, ਤਾਂ ਉਹ ਉਹਨਾਂ ਨੇ ਪੁਜਾਰੀਵਾਦ ਵਾਂਗੂ ਸਿਸਟਮ ਸ਼ੁਰੂ ਕਰਤਾ ਅਤੇ ਲੋਕਾਂ ਨੇ ਪੜ੍ਹਨਾ ਬੰਦ ਕਰਤਾ, ਵਿਚਾਰ ਕਰਨੀ ਬੰਦ ਕਰਤੀ। ਜਦ ਗੁਰੂ ਜੀ ਤਾਂ ਵਾਰ-ਵਾਰ ਸਾਨੂੰ ਸ਼ਬਦ ਕਹਿੰਦੇ ਨੇ ਵੀ ਬੈਠੋ ਵਿਚਾਰੋ, ਬੈਠੋ ਵਿਚਾਰੋ, ਬੈਠੋ ਵਿਚਾਰੋ, ਸ਼ਬਦ ਦੀ ਵਿਚਾਰ ਕਰੋ, ਸ਼ਬਦ ਦੀ ਵਿਚਾਰ ਕਰੋ, ਗੁਰੂ ਜੀ ਵਾਰ-ਵਾਰ ਕਹਿੰਦੇ ਨੇ ਨਾ। ਗੁਰੂ ਜੀ ਕਿੰਨੇ ਸ਼ਬਦ ਆਏ ਨੇ, ਆਪਾਂ ਸ਼ੁਰੂ ਦੇਖੋ ਅਜੇ ਤੱਕ ਆਪਾਂ 110 ਅੰਗ 'ਤੇ ਆਏ ਹਾਂ, ਪੰਨੇ 'ਤੇ ਆਏ ਹਾਂ ਆਪਾਂ। ਕਿੰਨੀ ਵਾਰ ਗੁਰੂ ਨੇ ਸ਼ਬਦ ਆ ਕੇ ਵੀ ਵਿਚਾਰ ਕਰੋ, ਵਿਚਾਰ ਕਰੋ, ਵਿਚਾਰ ਕਰੋ ਆਏ ਨੇ ਨਾ ਸ਼ਬਦ। ਵਿਚਾਰ ਕਰਨ ਦਾ ਮਤਲਬ ਕੀ ਹੁੰਦਾ ਹੈ ਵੀ ਸਮਝੋ ਕੀ ਕਹਿਣਾ ਨੇ, ਸਮਝੋ ਕੀ ਕਹਿਣਾ ਚਾਹੁੰਦੇ, ਇਹੀ ਮਤਲਬ ਹੁੰਦਾ ਨਾ ਵਿਚਾਰ ਕਰਨ ਦਾ ਕਿਸੇ ਗੱਲ 'ਤੇ। ਜਦੋਂ ਆਪਾਂ ਵਿਚਾਰ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਪੁਜਾਰੀਵਾਦ ਵਾਲੇ ਲੋਕ, ਡੇਰਿਆਂ ਵਾਲੇ ਲੋਕ ਇਸ ਨੂੰ ਬਹਿਸ ਬਣਾ ਦਿੰਦੇ ਨੇ ਵੀ ਨਹੀਂ ਜੀ ਇਹ ਤਾਂ ਬਹਿਸ ਕਰਦੇ ਨੇ। ਫਿਰ ਗੁਰੂ ਜੀ ਨੇ ਕਿਉਂ ਵਿਚਾਰ ਕਰਨ ਨੂੰ ਕਿਹਾ ਜੇ ਤੁਸੀਂ ਬਹਿਸ ਦੀ ਗੱਲ ਕਰਦੇ ਹੋ? ਗੁਰੂ ਜੀ ਤਾਂ ਕਹਿੰਦੇ ਸੀ ਭਾਈ ਸੰਤ ਜਨੋ ਗੁਰਸਿੱਖੋ ਇਕੱਠੇ ਹੋਵੋ, ਬਹਿ ਕੇ ਸ਼ਬਦ ਦੀ ਵਿਚਾਰ ਕਰੋ। ਚਲੋ ਆਪਾਂ ਅੱਗੇ ਵੀ ਪੜ੍ਹਾਂਗੇ ਸ਼ਬਦਾਂ ਨੂੰ, ਦੇਖਾਂ ਕਿੰਨੀ ਵਾਰ ਗੁਰੂ ਜੀ ਨੇ ਗੱਲ ਬਾਰ-ਬਾਰ ਕਹੀ ਹੈ, ਸ਼ਬਦ ਦੀ ਵਿਚਾਰ ਕਰੋ, ਆਪਣੇ ਜੀਵਨ ਨੂੰ ਵਧੀਆ ਬਣਾਓ, ਸੁਧਾਰੋ। ਦੂਸਰਾ ਪੁਆਇੰਟ 'ਤੇ ਆਉਂਦੇ ਹਾਂ ਆਪਾਂ, ਰੀਸਾਂ ਕਰਦੇ ਨੇ ਇਹ ਗੁਰੂਆਂ ਦੀਆਂ ਡੇਰੇ ਵਾਲੇ ਸਾਰੇ। ਹੁਣ ਉਹ ਵਿਅਕਤੀ, ਕਈ ਵਾਰ ਮੈਂ ਹੈਰਾਨ ਹੋ ਗਿਆ ਉਹ ਸੁਣ ਕੇ, ਕਹਿੰਦਾ ਜੀ ਮੈਂ ਤਾਂ ਉਹਨਾਂ ਦਾ ਸਿੱਖ ਹਾਂ, ਗੁਰੂ ਦਾ ਸਿੱਖ ਨਹੀਂ ਹੈਗੇ ਉਹ ਸੰਤਾਂ ਬਾਬਿਆਂ ਦੇ ਸਿੱਖ ਨੇ, ਮੈਂ ਤਾਂ ਜੀ ਉਹਨਾਂ ਨਾਲ ਰਹਿਣਾ, ਉਹਨਾਂ ਦਾ ਉਹਨਾਂ ਦੇ ਥਰੂ ਅੰਮ੍ਰਿਤ ਛਕਿਆ ਹੋਇਆ, ਅਸੀਂ ਕਕਾਰ ਨਹੀਂ ਪਾਉਂਦੇ। ਉਹ ਗੁਰੂ ਦੇ ਸਿੱਖ ਨਹੀਂ ਹੈਗੇ, ਉਹ ਸੰਤਾਂ ਬਾਬਿਆਂ ਦੇ ਸਿੱਖ ਨੇ। ਇਸ ਨੂੰ ਫਿਰ ਬਾਅਦ 'ਚੋਂ ਭੰਬਲ ਭੁੱਸਾ ਕਹਿੰਦੇ ਨੇ। ਜੇ ਆਪਾਂ ਸੋਨੇ 'ਚੋਂ ਖੋਟ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਖੋਟ ਤਾਂ ਉਬਲਦਾ ਹੀ ਹੁੰਦਾ ਨਾ, ਉਹਦਾ ਦਰਦ ਹੁੰਦਾ ਹੀ ਹੁੰਦਾ, ਕਿਉਂਕਿ ਉਹ ਆਪ ਉਹ ਕਰ ਨਹੀਂ ਪਾਉਂਦਾ ਤਾਂ ਉਹਨੂੰ ਦਰਦ ਮਹਿਸੂਸ ਹੁੰਦਾ, ਬਾਕੀ ਕਿਉਂ ਕਰਦੇ ਨੇ ਗੱਲਾਂ। ਮਤਲਬ ਇਹ ਛੋਟੇ-ਛੋਟੇ ਗੱਲਾਂ ਨੇਗੀਆਂ, ਜਿਹੜੀਆਂ ਗੱਲਾਂ ਦੇ ਉੱਪਰ ਉਹ ਵਿਅਕਤੀ ਨਹੀਂ ਬਦਲਣਾ ਚਾਹੁੰਦੇ। ਤਾਂ ਹੀ ਗੁਰੂ ਮਹਾਰਾਜ ਨੇ ਵੀ ਸਾਨੂੰ ਕਿਹਾ ਸੀ ਬੱਚਿਆਂ ਨੂੰ ਪੜ੍ਹਾਓ, ਬੱਚੇ ਬਦਲਾਅ ਲਿਆਉਣਗੇ, ਬੁੱਢੇ ਜਲਦੀ ਨਹੀਂ ਬਦਲਦੇ ਹੈਗੇ, ਇਹ ਪੱਕ ਜਾਂਦੇ ਨੇ। ਕੋਈ ਉਹ ਹੁੰਦਾ ਜਿਹਦੇ ਵਿੱਚ ਹਿੰਮਤ ਹੁੰਦੀ ਆ ਆਪਣੇ ਪੁਰਾਣੇ ਨਿਯਮਾਂ ਨੂੰ ਤੋੜਨ ਦੀ, ਜਿਹੜੇ ਗਲਤ ਨਿਯਮ ਨੇ ਤੋੜਨ ਦੀ, ਕੋਈ ਉਹ ਹੁੰਦਾ ਉਹ ਨਹੀਂ ਤੋੜ ਪਾਉਂਦੇ ਹੈਗੇ। ਮਤਲਬ ਇਹ ਕੁਛ ਛੋਟੇ-ਛੋਟੇ ਪੁਆਇੰਟ ਨੇ ਜਿਨ੍ਹਾਂ ਵੱਲ ਸਾਨੂੰ ਐਕਟਿਵ ਹੋਣਾ ਪਊਗਾ। ਤੁਸੀਂ ਛੋਟੇ ਬੱਚੇ ਹੋ, ਵੱਧ ਤੋਂ ਵੱਧ ਗੁਰਬਾਣੀ ਦੀ ਵਿਚਾਰ ਕਰਿਆ ਕਰੋ, ਸਮਝਿਆ ਕਰੋ, ਕੋਈ ਕਾਰਜ ਨਾ ਕਰੋ, ਕੋਸ਼ਿਸ਼ ਕਰਿਆ ਕਰੋ ਘੰਟਾ ਦਿਨ 'ਚ ਬੱਚਿਆਂ ਨੂੰ ਲੈ ਕੇ ਫ੍ਰੀ ਟਾਈਮ ਹੈ ਨਾ ਬੈਠਿਆ ਕਰੋ, ਨਾ ਤਾਂ ਆਪ ਨੂੰ ਸਮਝ ਪਊਗੀ। 1 ਘੰਟਾ ਦਿਨ ਦੇ ਵਿੱਚ ਇਕੱਲੀ ਬੈਠ, ਐਜ਼ ਏ ਮਾਂ ਫਰਜ਼ ਬਣਦਾ ਹੈ ਕਿ ਆਪ ਪਹਿਲਾਂ ਪੜ੍ਹ ਘੰਟਾ, ਸਿੱਖ ਗੁਰੂ ਜੀ ਮੈਨੂੰ ਕੀ ਸਮਝਾਉਂਦੇ ਨੇ, ਫਿਰ ਦਿਨ ਦੇ ਵਿੱਚ ਬੱਚਿਆਂ 'ਤੇ ਉਹ ਲਾਗੂ ਕਰ ਅਤੇ ਆਪਣੇ 'ਤੇ ਲਾਗੂ ਕਰ। ਘੱਟੋ ਘੱਟ ਉਹ ਬਦਲਾਵ ਸਟਾਰਟ ਹੋਊਗਾ ਨਾ ਆਉਣਾ। ਫਿਰ ਪਹਿਲਾਂ 1 ਘੰਟਾ ਆਪ ਲਾਉਣਾ ਸ਼ੁਰੂ ਕਰ। ਇਹ ਨਹੀਂ ਕਿ ਇੱਥੇ ਹੁਣ 10-15 ਮਿੰਟ ਆਪਾਂ ਸ਼ਬਦ ਦੀ ਵਿਚਾਰ ਕੀਤੀ, ਮੁੜ ਕੇ ਸਾਰਾ ਦਿਨ ਫਿਰ ਉਹ ਹਾ ਹੀ ਜਾਂ ਆਪਣੇ ਮੁਕਾਲੇ ਨਹੀਂ ਕਰਨੇ। ਕੱਢੋ ਟਾਈਮ ਘੰਟਾ, ਡੈਡੀ ਵੀ ਤਾਂ ਕਰਨ ਲੱਗੇ ਗਏ, ਫਿਰ ਤੁਸੀਂ ਕਿਉਂ ਨਹੀਂ? ਤੁਹਾਡਾ ਵੀ ਸਹਿਜ ਪਾਠ ਸ਼ੁਰੂ ਹੋਣਾ ਚਾਹੀਦਾ। ਸਹਿਜ ਪਾਠ ਕਿਉਂ ਜ਼ਰੂਰੀ ਹੈ? ਸਾਡੀ ਗੁਰੂ ਦੇ ਸ਼ਬਦਾਂ ਨਾਲ ਜਾਣ ਪਹਿਚਾਣ ਹੋਈ ਜਾਂਦੀ ਹੈ ਡੇਲੀ। ਚਲੋ ਅਰਥ ਹੌਲੀ ਜਿਹੀ ਸਿੱਖੀ ਚੱਲੋ, ਜਾਣ ਪਛਾਣ ਬਣਾ ਕੇ ਰੱਖੋ ਸਹਿਜ ਪਾਠ ਨਾਲ। ਕੋਈ ਚੀਜ਼ ਨਹੀਂ ਕਰਾਂਗੇ ਨਾ ਭੁੱਲ ਜਾਂਦੇ ਆਪਾਂ। ਗੱਲ ਇਹ ਦੇਖ ਲਿਓ, ਜੇ ਰੋਟੀ ਵੀ ਬਣਾਉਣੀ ਸਿੱਖੀ ਹੈ ਨਾ ਮਾਂ ਬਾਪ ਨੇ, ਜੇ ਮਾਵਾਂ ਸਾਲ ਰੋਟੀ ਨਾ ਬਣਾਉਣ ਤਾਂ ਸ਼ਾਇਦ ਉਹ ਸਾਲ ਬਾਅਦ ਉਹ ਬੰਦਾ ਹੱਥ ਨਹੀਂ ਚੱਲਦਾ ਸੀ ਪਰ ਵੇਲਣੇ ਦੇ ਉੱਪਰ ਵੀ ਰੋਟੀ ਕਿਵੇਂ ਸਿੱਧੀ ਬਣਾਉਣੀ ਹੈ, ਭੁੱਲ ਜਾਂਦਾ ਬੰਦਾ। ਜੇ ਗੁਰਬਾਣੀ ਨਹੀਂ ਪੜ੍ਹਾਂਗੇ, ਨਹੀਂ ਵਿਚਾਰਾਂਗੇ, ਤਾਂ ਹੀ ਤਾਂ ਅੱਜ ਭੁੱਲ ਗਏ। ਤਾਂ ਹੀ ਤਾਂ ਲੋਕ ਕਹਿੰਦੇ ਨੇ ਵੀ ਸਾਡੇ ਨਾਲ ਗੱਲ ਨਾ ਕਰੋ, ਕਿਉਂਕਿ ਉਹ ਪੜ੍ਹਨੀ ਵਿਚਾਰਨੀ ਬੰਦ ਕਰਤੀ, ਕਿਉਂਕਿ ਸਮਾਂ ਵੱਧ ਹੋ ਗਿਆ, 100-200 ਸਾਲ 150 ਸਾਲ ਹੋ ਗਿਆ ਸਾਨੂੰ ਗੁਰਬਾਣੀ ਤੋਂ ਦੂਰ ਹੋਇਆਂ ਨੂੰ। ਅਸੀਂ ਪੁਜਾਰੀਵਾਦ ਨਾਲ ਤਾਂ ਜੁੜੇ ਹੋਏ ਹਾਂ, ਗੁਰਬਾਣੀ ਨਾਲ ਨਹੀਂ ਜੁੜੇ ਹੋਏ, ਜਿਸ ਕਰਕੇ ਸਾਨੂੰ ਹੁਣ ਉਹ ਗੱਲਾਂ ਚੁਭਦੀਆਂ ਨੇ ਜਿਹੜੀਆਂ ਸਹੀ ਗੱਲਾਂ ਨੇ। ਚਲੋ ਆਪਾਂ ਟਾਈਮ ਵੀ ਹੋ ਰਿਹਾ, ਨਾਲ ਆਪਾਂ ਸ਼ਬਦ ਵੀ ਵੱਡਾ ਆਪਣਾ।
ਇਹ ਪੂਰੇ ਸ਼ਬਦ 'ਚ ਗੁਰੂ ਜੀ ਹੀ ਕਹਿੰਦੇ ਨੇ, ਬੂਝੈ ਬੂਝੈ ਗੁਰਮੁਖ ਹੋਵੈ ਸੋਈ ਬੂਝੈ, ਗੁਰਮੁਖ ਹੋਵੈ ਸੋਈ ਬੂਝੈ। ਬੂਝਣ ਦੀ, ਸਮਝਣ ਦੀ, ਵਿਚਾਰਨ ਦੀ ਗੱਲ ਕੀਤੀ ਗਈ ਹੈ ਹਰ ਸ਼ਬਦ 'ਚ। ਹੋਂ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਨਿਆ। ਕਹਿੰਦੇ ਮੈਂ ਵਾਰੀ ਜਾਵਾਂ, ਆਪਣੇ ਜੀ ਨੂੰ ਵਾਰ ਦੇਵਾਂ, ਆਪਣੀ ਬੋਡੀ ਆਪਣੇ ਤਨ ਮਨ ਨੂੰ ਵਾਰ ਦੇਵਾਂ। ਹਰ ਕਾ ਨਾਮ ਮਨ ਵਸਾਵਨਿਆ, ਜਿਨ੍ਹਾਂ ਨੇ ਆਪਣੇ ਮਨ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਵਸਾ ਲਿਆ ਹੈ। ਜੋ ਸੱਚ ਲਾਗੇ ਸੇ ਅਨ ਦਿਨ ਜਾਗੇ। ਦੇਖੋ ਲੋ, ਹੁਣ ਕਿੱਡੀਆਂ ਕਿੱਡੀਆਂ ਗੁਰੂ ਜੀ ਗੱਲਾਂ ਕਹੀ ਜਾਂਦੇ ਨੇ, ਅਸੀਂ ਫਿਰ ਸੁੱਤੇ ਰਹਿੰਦੇ ਹਾਂ। ਕਹਿੰਦੇ ਜੋ ਸੱਚ ਲਾਗੇ, ਜਿਹੜੇ ਸੱਚ ਦੇ ਵਿੱਚ ਜੁੜ ਗਏ, ਜਿਨ੍ਹਾਂ ਵਿੱਚ ਸੱਚ ਆ ਗਿਆ। ਜੋ ਸੱਚ ਲਾਗੇ, ਚੱਚੇ ਨੂੰ ਸਿਹਾਰੀਏ ਵਿੱਚ ਆ ਗਿਆ, ਸੱਚ ਨਾਲ ਜੁੜ ਗਏ। ਸੇ ਅਨਦਿਨ ਜਾਗੇ, ਉਹ ਦਿਨ ਰਾਤ ਜਾਗੀ ਰਹਿੰਦੇ ਨੇ। ਹੁਣ ਜਾਗਣਾ ਕਿਸ ਚੀਜ਼ ਤੋਂ ਨਹੀਂ, ਅੱਖਾਂ ਸੌਣ ਵਾਲੀ ਗੱਲ ਉਹ ਕਰ ਰਹੇ। ਜਾਗਣ ਦਾ ਮਤਲਬ ਅਕਲ ਸਮਝ 'ਚ ਰਹਿੰਦੇ ਨੇ। ਕੋਈ ਵੀ ਐਸਾ ਐਕਟ ਨਹੀਂ ਕਰਦੇ ਜਿਹੜਾ ਗਲਤ ਹੋਵੇ, ਕੋਈ ਐਸੀ ਕਿਰਿਆ ਨਹੀਂ ਕਰਦੇ ਜਿਹੜੀ ਗਲਤ ਹੋਵੇ। ਸੇ ਅਨ ਦਿਨ ਜਾਗੇ। ਦੇਖੋ ਹੁਣ ਕੋਈ ਉੱਠਣਾ ਹੀ ਨਹੀਂ ਚਾਹੁੰਦੇ, ਕਹਿੰਦੇ ਸਾਨੂੰ ਉਠਾਉਣ ਦੀ ਗੱਲ ਨਾ ਕਰੋ, ਅਸੀਂ ਸੁੱਤੇ ਹੀ ਰਹਿਣਾ ਚਾਹੁੰਦੇ ਹਾਂ। ਦਰ ਸੱਚੈ ਸੋਭਾ ਪਾਵਨਿਆ, ਫਿਰ ਉਹ ਸੱਚੇ ਦਰ ਵੀ ਸੋਭਾ ਪਾਉਂਦੇ ਨੇ। ਆਪਾਂ ਨੇ ਲੋਕਾਂ ਤੋਂ ਕੁਝ ਨਹੀਂ ਲੈਣਾ। ਆਪਾਂ ਤੇ ਗੱਲ ਕੀਤੀ ਸੀਗੀ, ਆਪਾਂ ਨੇ ਗੁਰੂ ਦੀ ਗੱਲ ਮੰਨਣੀ ਆ। ਬਸ ਇਹ ਆਪਣੇ ਅੰਦਰ ਪ੍ਰਣ ਕਰ ਲਓ ਕਿ ਅਸੀਂ ਨੇ ਗੁਰੂ ਨੂੰ ਪੜ੍ਹ ਕੇ, ਗੁਰੂ ਦੇ ਸ਼ਬਦ ਨੂੰ ਸਮਝ ਕੇ, ਜੋ ਗੁਰੂ ਸਾਨੂੰ ਸਮਝਾਉਣਾ ਚਾਹੁੰਦੇ ਨੇ ਧਿਆਨ ਨਾਲ ਪੜ੍ਹਨਾ ਹੈ। ਪਹਿਲਾਂ ਤਾਂ ਦੇਖੋ ਸਾਰੇ ਸਟੀਕ ਪੜ੍ਹੋ, ਫਿਰ ਇਕੱਲੇ ਬਹਿ ਕੇ ਗੁਰੂ ਦੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਫਿਰ ਤੁਹਾਡੇ ਆਪਣੇ ਅੰਦਰੋਂ ਪਤਾ ਲੱਗੂ ਵੀ ਗੁਰੂ ਜੀ ਅਸਲ 'ਚ ਕਹਿਣਾ ਕੀ ਚਾਹੁੰਦੇ। ਧੱਕਾ ਨਾ ਕਰੋ ਆਪਣੇ ਮਨ ਨਾਲ, ਮਨ ਕੱਢੂ ਵਿਚਾਰ ਗੁਰੂ ਦੇ ਸ਼ਬਦ ਦੇ। ਪਹਿਲਾਂ ਪੜ੍ਹੋ, ਫਿਰ ਵਿਚਾਰ ਆਪਣੇ ਉਤਪੰਨ ਹੁੰਦੇ ਨੇ, ਫਿਰ ਨਵੀਂ ਖੋਜ ਹੁੰਦੀ ਹੈ। ਗੁਰੂ ਜੀ ਕਹਿੰਦੇ ਨੇ ਨਾ, ਖੋਜ ਦਿਲ ਹਰ ਰੋਜ਼। ਸੋ ਸੱਚ ਲਾਗੇ ਸੇ ਅਨ ਦਿਨ ਜਾਗੇ, ਦਰ ਸੱਚੈ ਸੋਭਾ ਪਾਵਨਿਆ। ਸੱਚੇ ਦਰ ਵਿੱਚੋਂ ਸੋਭਾ ਪ੍ਰਾਪਤ ਹੁੰਦੀ ਹੈ, ਅਤੇ ਉਸ ਵਿਅਕਤੀ ਦੀ ਸੋਭਾ ਹੀ ਹੁੰਦੀ ਹੈ ਜੋ ਦੁਨੀਆ 'ਤੇ ਕੁਛ ਕਰਕੇ ਜਾਂਦਾ ਹੈ। ਰਹਾਉ ਆਪ ਸੁਨੈ ਤੈ ਆਪੇ ਵੇਖੈ, ਜਿਸਨੋ ਨਦਰ ਕਰੇ ਸੋਈ ਜਨ ਲੇਖੈ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਨਿਆ। ਗੁਰਮੁਖ ਸੱਚ ਕਮਾਵਨਿਆ, ਸੱਚ ਨੂੰ ਕਮਾਉਂਦੇ ਨੇ। ਹੁਣ ਕਮਾਉਣਾ ਕਿਵੇਂ ਹੁੰਦਾ ਜੀ? ਉਹਦੇ ਵਰਗੇ ਬਣ ਕੇ ਜੀਵਨ ਜੀ ਕੀ ਕਮਾਉਣਾ ਹੁੰਦਾ ਨਾ। ਸੱਚ ਦੀ ਕਮਾਈ ਕੀਤੀ, ਭਾਵ ਸੱਚ ਹੀ ਬੋਲਿਆ, ਚਾਹੇ ਛਿੱਤਰ ਪੈ ਗਏ। ਕਈ ਵਾਰ ਗਲਤੀ ਹੁੰਦੀ ਹੈ ਨਾ, ਸੱਚ ਬੋਲਦੇ ਛਿੱਤਰ ਪੈ ਜਾਂਦੇ ਨੇ, ਪਰਵਾਹ ਨਹੀਂ ਕਰਨੀ। ਸੱਚ ਹੀ ਬੋਲੋ, ਸੱਚ ਹੀ ਬੋਲੋ। ਦਿਮਾਗ ਦੇ ਵਿੱਚ ਇੱਕਦਮ ਗੱਲ ਨਾ ਕੱਢੋ, ਪਹਿਲਾਂ ਸੋਚੋ ਕਿ ਸੱਚ ਹੈ ਜਾਂ ਝੂਠ ਹੈ। ਜੇ ਝੂਠ ਹੈ ਛੱਡ ਦਿਓ, ਸੱਚ ਨੂੰ ਫੜ ਲਓ। ਠੀਕ ਹੈ ਜੀ। ਗੁਰੂ ਜੀ ਕਹਿੰਦੇ ਸਾਨੂੰ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਅਰਦਾਸ ਸੁਣਦਾ ਹੈ ਅਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ। ਜਿਸ ਜੀਵ ਉੱਤੇ ਉਸ ਪਰਮਾਤਮਾ ਦੀ ਨਜ਼ਰ ਹੁੰਦੀ ਹੈ, ਉਹੀ ਮਨੁੱਖ ਕਬੂਲ ਹੁੰਦਾ ਹੈ। ਹੁਣ ਯਾਦ ਰੱਖਿਓ, ਪਹਿਲਾਂ ਤਾਂ ਪਰਮਾਤਮਾ ਸਾਰਿਆਂ ਦੀ ਪਰਖ ਕਰਦਾ ਹੈ, ਬਿਨਾਂ ਤਕੜੀ ਤੋਂ ਤੋਲਦਾ ਨਾ ਗੱਲ ਕੀਤੀ ਹੈ। ਉਹ ਦੇਖਦਾ ਕਿ ਕਿਹੜਾ ਚੰਗਾ ਹੈ, ਕੀ ਕੰਮ ਕਰ ਰਿਹਾ, ਕੀ ਨਹੀਂ ਕਰ ਰਿਹਾ। ਹੁਣ ਜਿਹੜਾ ਤਾਂ ਵਧੀਆ ਕੰਮ ਕਰ ਰਿਹਾ ਹੋਊਗਾ, ਉਸ 'ਤੇ ਉਸ ਦੀ ਫਿਰ ਨਜ਼ਰ ਹੁੰਦੀ ਹੈ। ਨਜ਼ਰੀ ਮੋਖ ਨਜ਼ਰ ਹੁੰਦੀ ਹੈ, ਪਰ ਨਜ਼ਰ ਤਾਂ ਹੋਊਗੀ ਜੇ ਪਹਿਲਾਂ ਚੰਗੇ ਕਰਮ ਕਰਾਂਗੇ, ਆਪਣੇ ਆਪ ਨੂੰ ਬਦਲਾਂਗੇ, ਗੁਰੂ ਦੇ ਅਨੁਸਾਰ ਜੀ ਕੇ ਕੁਛ ਕਰਕੇ ਦਿਖਾਵਾਂਗੇ। ਇੱਕ ਬੱਚਾ ਜਦੋਂ ਮਿਹਨਤ ਕਰਕੇ ਮਾਂ ਬਾਪ ਨੂੰ ਕੁਛ ਕਰਕੇ ਦਿਖਾਉਂਦਾ, ਤਾਂ ਮਾਂ ਬਾਪ ਦੀ ਉਸ 'ਤੇ ਫਿਰ ਚੰਗੀ ਨਜ਼ਰ ਹੁੰਦੀ ਹੈ ਨਾ, ਉਹਦੀਆਂ ਸਾਰੀਆਂ ਇੱਛਾਵਾਂ ਪੂਰੀ ਕਰਦੇ ਨੇ ਮਾਂ ਬਾਪ। ਫਿਰ ਵੀ ਜਦ ਇਹ ਬੱਚਾ, ਹੁਣ ਮੰਨ ਲਓ ਇੱਕ ਬੱਚਾ ਗੇਮਾਂ ਦੇ ਵਿੱਚ ਬਹੁਤ ਜ਼ੋਰ ਲਾ ਰਿਹਾ ਹੈ, ਇੱਕ ਬੱਚਾ ਗੇਮਸ ਦੇ ਵਿੱਚ ਬਹੁਤ ਜ਼ੋਰ ਲਾ ਰਿਹਾ ਹੈ, ਅਤੇ ਮਾਂ ਬਾਪ ਨੂੰ ਪਤਾ ਲੱਗਦਾ ਵੀ ਇਹ ਬੱਚਾ ਕੁਛ ਕਰਨਾ ਚਾਹੁੰਦਾ, ਇਹ 'ਚ ਕੁਛ ਤਾਕਤ ਹੈ, ਤਾਂ ਚਾਹੇ ਉਹਨੂੰ ਕੁਛ ਵੀ ਕਰਨਾ ਪਵੇ, ਉਹਦੇ ਵਾਸਤੇ ਉਹ ਮਹਿੰਗੇ ਤੋਂ ਮਹਿੰਗੀ ਚੀਜ਼ ਵੀ ਲਿਆ ਆਉਂਦੇ ਨੇ। ਜੇ ਉਹਨੂੰ ਪਤਾ ਵੀ ਮੇਰੇ ਬੱਚੇ ਵਾਸਤੇ ਲੋੜ ਆ, ਆਪਣੀ ਚੀਜ਼ ਵੇਚ ਕੇ ਵੀ ਲਿਆ ਆਉਂਦੇ ਨੇ। ਇੱਦਾਂ ਹੀ ਪਰਮਾਤਮਾ ਹੈ। ਪਹਿਲਾਂ ਗੁਰੂ ਦੀਆਂ ਸਿੱਖਿਆਵਾਂ ਜੁੜ ਕੇ ਸਾਨੂੰ ਕੁਛ ਕਰਕੇ ਦਿਖਾਉਣਾ ਪਊਗਾ ਵੀ ਗੁਰੂ ਜੀ ਅਸੀਂ ਕਰਨਾ ਚਾਹੁੰਦੇ ਹਾਂ। ਫਿਰ ਨਜ਼ਰ ਤਾਂ ਪਰਮਾਤਮਾ ਦੀ ਨਜ਼ਰ ਤਾਂ ਕਰ ਹੀ ਦੇਣੀ ਹੈ, ਫਿਰ ਕਬੂਲ ਹੋ ਜਾਂਦਾ ਮਨੁੱਖ ਉਹ। ਅਤੇ ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿੱਚ ਜੋੜੀ ਰੱਖਦਾ ਹੈ, ਉਹ ਜੁੜਿਆ ਰਹਿੰਦਾ ਹੈ। ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ ਹੀ ਪਰਮਾਤਮਾ ਦੇ ਸੱਚ ਦੀ ਕਮਾਈ ਕਰਦਾ ਹੈ। ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ, ਪੂਰਬ ਲਿਖਿਆ ਸੋ ਮਿਟ ਨਾ ਜਾਏ। ਪੂਰਬ ਲਿਖਿਆ ਸੋ ਮਿਟ ਨਾ ਜਾਏ, ਜਿਹੜੀ ਪੂਰਬਲੀ ਕਮਾਈ ਕੀਤੀ ਹੁੰਦੀ ਹੈ। ਹੁਣ ਇੱਕ ਮਾਂ ਨੇ ਕਦੀ, ਆਪਾਂ ਗੱਲ ਕਰਦੇ ਹਾਂ ਜਸ ਸਮਝਾਉਣ ਲਈ, ਚਾਹੇ ਮਾਂ ਹੈ ਚਾਹੇ ਬਾਪ ਹੈ।
ਮਾਂ ਬਾਪ ਨੇ ਘਰ ਦੇ ਵਿੱਚ ਕਦੀ ਪ੍ਰਮਾਤਮਾ ਦੇ ਨਾਮ ਦੀ ਗੱਲ ਹੀ ਨਹੀਂ ਕੀਤੀ। ਦੇਖੋ ਕਰੋੜਾਂ ਅਰਬਾਂ ਵਿੱਚੋਂ ਇੱਕ ਨੂੰ ਛੱਡ ਦਿਓ, ਕੁਛ ਐਕਸੈਪਸ਼ਨਲ ਕੇਸ ਹੁੰਦੇ ਨੇ, ਆਪਾਂ ਉਹਨਾਂ ਨੂੰ ਨਹੀਂ ਗਿਣਾਂਗੇ ਕਦੇ ਵੀ, ਆਪਾਂ ਆਮ ਗੱਲ ਕਰਾਂਗੇ ਹਮੇਸ਼ਾ, ਠੀਕ ਹੈ ਜੀ। ਅਗਰ ਕਿਸੇ ਘਰ ਦੇ ਵਿੱਚ ਬਚਪਨ ਤੋਂ ਲੈ ਕੇ ਜਦੋਂ ਬੱਚਾ ਪੇਟ 'ਚ ਹੁੰਦਾ ਹੈ, ਜਾਂ ਘਰ ਦਾ ਮਾਹੌਲ ਝੂਠ ਨਾਲ ਭਰਿਆ ਹੋਇਆ, ਰਿਸ਼ਵਤ ਨਾਲ ਭਰਿਆ ਹੋਇਆ, ਮਾੜੇ ਕਰਮਾਂ ਨਾਲ ਭਰਿਆ ਹੋਇਆ, ਤਾਂ ਇਹ ਕਿਵੇਂ ਹੋ ਸਕਦਾ ਕਿ ਬੱਚਾ ਬੜਾ ਹੋ ਕੇ ਚੰਗਾ ਬਣ ਜਾਊਗਾ। ਮੈਂ ਕਰੋੜਾਂ ਵਿੱਚ ਇੱਕ ਅੱਧੀ ਦੀ ਗੱਲ ਕਰ ਰਿਹਾ, ਛੱਡ ਦਿਓ ਉਹਨੂੰ, ਐਕਸੈਪਸ਼ਨਲ ਕੇਸ ਕਈ ਵਾਰ ਹੁੰਦੇ ਨੇ, ਜ਼ਿਆਦਾਤਰ ਗੱਲ ਕਰ ਰਹੇ ਹਾਂ ਆਪਾਂ। ਅੱਜ ਧਰਮ ਦਾ ਪਖੰਡਵਾਦ ਕਿਉਂ ਹੁੰਦਾ ਸਭ ਤੋਂ ਜ਼ਿਆਦਾ? ਕਿਉਂਕਿ ਮਾਂ ਬਾਪ ਉਹ ਕਰਦੇ ਆਉਂਦੇ ਨੇ, ਬੱਚੇ ਵੀ ਉੱਦਾਂ ਹੀ ਕਰੀ ਜਾਂਦੇ ਨੇ। ਜਿਸ ਘਰ ਜਿਹੜੀ ਪਰੰਪਰਾ ਹੈ ਉੱਦਾਂ ਹੀ ਚੱਲੀ ਜਾਂਦੀ ਹੈ, ਬੱਚੇ ਵੀ ਉੱਦਾਂ ਹੀ ਕਰੀ ਜਾਂਦੇ। ਕਿਉਂ? ਕਿਉਂਕਿ ਮਾਂ ਬਾਪ ਨੇ ਜੋ ਕਰਮ ਪੂਰਬਲੇ ਕਰਮ ਜੋੜ ਤੇ, ਬੱਚੇ ਉਹੀ ਕੁਛ ਕਰੀ ਜਾਂਦੇ ਨੇ। ਕਿ ਬੱਚਿਆਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਉਸ ਪਰੰਪਰਾ ਨੂੰ, ਮੂੰਹ 'ਚ ਹੱਥ ਧੋ ਕੇ ਆ, ਜਾ ਕੇ ਧੋ ਕੇ ਆਓ ਬੇਟਾ, ਮੂੰਹ 'ਚ ਨਹੀਂ ਹੱਥ ਪਾਣੇ। ਪੂਰਬਲੇ ਕਰਮ, ਹੁਣ ਜਿਸ ਨੇ ਆਪਣੇ ਪੂਰਬਲੇ ਕਰਮ ਵਧੀਆ ਨਹੀਂ ਕੀਤੇ, ਕਦੀ ਗੁਰੂ ਨਾਲ ਜੁੜੇ ਹੀ ਨਹੀਂ ਹੈਗੇ, ਮਾਂ ਬਾਪ ਨੇ ਬੱਚਿਆਂ ਨੂੰ ਕਦੀ ਗੁਰੂ ਨਾਲ ਜੋੜੇ ਹੀ ਨਹੀਂ, ਆਪ ਵੀ ਨਹੀਂ ਜੁੜੇ ਤੇ ਕਦੀ ਮਾਂ ਬੱਚਿਆਂ ਨੂੰ ਵੀ ਨਹੀਂ ਜੋੜਿਆ। ਕਹਿੰਦੇ ਫਿਰ ਜਿਸ ਆਪ ਭੁਲਾਏ ਸੋ ਪ੍ਰਮਾਤਮਾ ਵੱਲੋਂ ਭੁੱਲੇ ਵੇ ਹੁੰਦੇ ਨੇ, ਸੋ ਕਿੱਥੇ ਹੱਥ ਪਾਏ, ਉਹ ਹੱਥੇ ਕਿੱਥੇ ਪੂਣਾ ਤਾਂ ਫਿਰ ਕਦੀ। ਜਿਸ ਮਾਂ ਬਾਪ ਨੇ ਮੰਨ ਲਓ ਸਕੂਲ ਦੀ ਪੜ੍ਹਾਈ ਨਹੀਂ ਕੀਤੀ ਆਪ, ਤੇ ਕਦੀ ਬੱਚੇ ਨੂੰ ਵੀ ਨਹੀਂ ਕਰਾਈ, ਬੜਾ ਹੋ ਕੇ ਕਿਹੜੀ ਪੜ੍ਹਾਈ ਨੂੰ ਹੱਥ ਪਾਊਗਾ ਜੀ ਉਹ। ਐਸੇ ਫਿਰ ਵਰਡ ਮੈਂ ਯੂਜ਼ ਕਰ ਰਿਹਾ ਵੀ ਐਕਸੈਪਸ਼ਨਲ ਕੇਸ ਛੱਡ ਦਿਓ, ਹੁੰਦੇ ਨੇ ਕਈ ਬੱਚੇ ਜਿਹੜੇ ਆਪਣੇ ਲੈਵਲ 'ਤੇ ਪੁਰਾਣਾ ਸਿਸਟਮ ਤੋੜ ਦਿੰਦੇ ਨੇ, ਪਰ ਉਹ ਗਿਣਤੀ ਬਹੁਤ ਘੱਟ ਹੈ। ਲੱਖਾਂ ਕਰੋੜਾਂ ਵਿੱਚ ਇੱਕ ਅੱਧਾ ਬੱਚਾ ਹੀ ਹੁੰਦਾ ਜਿਹੜਾ ਤੋੜਦਾ, ਸ਼ਕਤੀਸ਼ਾਲੀ ਬਣਦਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ 7 ਸਾਲ ਦੀ ਉਮਰ 'ਚ ਕਿਹੜਾ ਕਿਸੇ ਤੋਂ ਸਿੱਖਿਆ ਸੀ? 9 ਸਾਲ ਦੀ ਉਮਰ ਜਾਂ 7 ਸਾਲ ਦੀ ਉਮਰ 'ਚ ਜਨੇਊ ਪਾਉਣ ਤੋਂ ਮਨਾ ਕਰਤਾ ਸੀ। ਤੋੜੀ ਨਾ ਪਰੰਪਰਾ ਗੁਰੂ ਜੀ ਨੇ ਪਹਿਲਾਂ ਆਪਣੀ, ਫਿਰ ਸਾਨੂੰ ਸਮਝਾਇਆ। ਅਸੀਂ ਕੀ ਕਰਦੇ ਹਾਂ? ਆਪਣੀਆਂ ਪਰੰਪਰਾਵਾਂ ਦਾ ਤੋੜਦੇ ਨਹੀਂ, ਦੂਜਿਆਂ ਨੂੰ ਸਮਝਾਈ ਜਾਂਦੇ ਹਾਂ। ਜਿਵੇਂ ਕਈਆਂ ਨੂੰ ਕਹਿੰਦੇ ਆ ਵੀ ਨਹੀਂ ਮਾੜੀਆਂ ਫਿਲਮਾਂ ਨਹੀਂ ਦੇਖਣੀਆਂ, ਉਹ ਨਹੀਂ ਦੇਖਣੇ ਨਾਟਕ, ਘਰਾਂ 'ਚ ਡੀਜੇ ਨਹੀਂ ਵਜਾਣੇ, ਫਲਾਣਾ ਨਹੀਂ ਕਰਨੇ, ਔਰਕੈਸਟਰਾ ਨਹੀਂ ਲਾਉਣਾ, ਕਹੀ ਜਾਂਦੇ ਆ। ਪਰ ਜੋ ਆਪਣੇ ਬੱਚੇ ਦਾ ਵਿਆਹ ਹੁੰਦਾ ਫਿਰ ਡੀਜੇ ਵੀ ਚੱਲ ਜਾਂਦੇ ਨੇ, ਔਰਕੈਸਟਰਾ ਵੀ ਲੱਗ ਜਾਂਦੀਆਂ ਨੇ, ਉੱਥੇ ਦਾਰੂ ਵੀ ਚੱਲ ਜਾਂਦੀ ਕਈ ਵਾਰੀ। ਫਿਰ ਕਹਿੰਦੇ ਅਸੀਂ ਕਿਹੜਾ ਜੀ ਕੁੜੀਆਂ ਨਚਾਉਂਦੇ ਆ, ਡੀਜੇ ਲਾਤਾ। ਉਹ ਭਾਈ ਡੀਜੇ ਲਾਤਾ ਇੱਕੋ ਗੱਲ ਹੈ, ਗਾਣਾ ਤਾਂ ਉਹੀ ਚੱਲ ਰਿਹਾ ਗੰਦਮੰਦ ਵਾਲਾ। ਉੱਥੇ ਉਹ ਨਹੀਂ ਆ ਕੇ ਨੱਚੀਆਂ, ਤੁਹਾਡੀਆਂ ਕੁੜੀਆਂ ਨੱਚਣ ਲੱਗ ਗਈਆਂ। ਨੱਚ ਤਾਂ ਆਪਣੀਆਂ ਕੁੜੀਆਂ ਰਹੀਆਂ ਹੁੰਦੀਆਂ ਨੇ, ਫਿਰ ਫਰਕ ਕੀ ਹੈ ਨੱਚਣ 'ਚ? ਉਹ ਵੀ ਤਾਂ ਧੀ ਭੈਣ ਸਭ ਦੀ ਉਹੀ ਹੈ, ਜੋ ਆਪਣੀ ਉਹੀ ਹੈ ਤਾਂ ਇਨਸਾਨ ਹੈ ਉਹ। ਮਤਲਬ ਦੋਗਲੀ ਨੀਤੀ, ਤਾਂ ਹੀ ਸੱਚ ਕਦੀ ਪ੍ਰਾਪਤ ਨਹੀਂ ਹੁੰਦਾ, ਤਾਂ ਹੀ ਸੱਚ 'ਚ ਅਸੀਂ ਸਮਾ ਨਹੀਂ ਪਾਉਂਦੇ ਕਦੀ। ਚਲੋ ਆਪਾਂ ਥੋੜ੍ਹਾ ਜਿਹਾ ਜਲਦੀ ਵੀ ਕਰਨਾ ਹੈਗਾ, ਠੀਕ ਹੈ ਜੀ। ਫਿਰ ਆਪ ਭੁਲਾਏ ਕਿੱਥੇ? ਫਿਰ ਹੱਥ ਨਹੀਂ ਪੈਂਦਾ, ਫਿਰ ਪ੍ਰਮਾਤਮਾ ਭੁਲਾ ਦਿੰਦਾ ਇਹੋ ਜਿਹੇ ਵਿਅਕਤੀਆਂ ਨੂੰ। ਉਹਦੇ ਲਈ ਤਾਂ ਬਾਕੀਆਂ ਕੀੜੇ ਮਕੂੜਿਆਂ ਸਮਾਨ ਨੇ ਵੀ, ਚਲੋ ਖਾਇਆ ਪੀਆ ਰੁੜ ਕੇ, ਚਲੋ ਇਹ ਜਾਣ ਦਿਓ ਆਪਣਾ ਜ਼ਿੰਦਗੀ ਜੀ ਕੇ। ਹੁਣ ਕੀੜੇ, ਆਪਾਂ ਜੇ ਜੀਵ ਜੰਤੂਆਂ ਦੀ ਗੱਲ ਕਰੀਏ, ਹੁਣ ਦੇਖੋ ਕਿੰਨੇ ਜੀਵ ਜੰਤੂ ਨੇ। ਇੱਕ ਕੁੱਤਾ ਆਪਾਂ ਵੀ ਆਪਣੇ ਘਰ ਰੱਖਦੇ ਹਾਂ, ਜੋ ਬੜਾ ਸਿਆਣਾ ਹੋਵੇ, ਕਹਿਣਾ ਮੰਨਣਾ ਹੋਵੇ, ਆਪਾਂ ਉਹਦੀ ਕਿੰਨੀ ਉਹ ਕਰਦੇ ਹਾਂ, ਧਿਆਨ ਰੱਖਦੇ ਹਾਂ, ਕਿੰਨਾ ਖੇਡਦੇ ਹਾਂ। ਇੱਕ ਬਾਹਰ ਵੀ ਫਿਰ ਰਹੇ ਨੇ, ਆਪਾਂ ਨੂੰ ਕੋਈ ਪ੍ਰਵਾਹ ਹੁੰਦੀ ਹੈ, ਕੋਈ ਮਰ ਗਿਆ, ਕੋਈ ਜੀ ਗਿਆ, ਕਿਸੇ ਨੂੰ ਕੁਛ ਹੋ ਗਿਆ। ਹੁਣ ਆਪਣੇ ਕੁੱਤੇ ਨੂੰ ਆਪਾਂ ਚੱਕੀ ਫਿਰਦੇ ਹਾਂ ਇਲਾਜ ਕਰਾਉਣ ਵਾਸਤੇ ਵੀ, ਕਿੰਨਾ ਖਰਚਾ ਕਰ ਦਿੰਦੇ ਹਾਂ। ਉਸ ਨਾਲ ਪਿਆਰ ਪਿਆ ਹੁੰਦਾ ਨਾ। ਤਾਂ ਜੇ ਅਸੀਂ ਪਰਮਾਤਮਾ ਦੇ ਪਿਆਰੇ ਨਹੀਂ ਬਣਾਂਗੇ ਤਾਂ ਆਪਾਂ ਵੀ ਇੱਕ ਬਸ ਇੱਕ ਤੁਰਨ ਫਿਰਨ ਵਾਲੀ ਮਸ਼ੀਨ ਹੈ, ਜਿਵੇਂ ਆਹ ਕੀੜੇ ਮਕੌੜੇ ਨੇ। ਉਹ ਕਹਿੰਦਾ ਖਾਈ ਪੀ ਚਲੋ ਮਰ ਜਾਓ, ਜਿਵੇਂ ਦੁਨੀਆ ਮਰੀ ਜਾਂਦੀ ਹੈ। ਉਹਦਾ ਹੱਥ ਨਹੀਂ ਪੈਂਦਾ। ਪਰ ਜਿਹੜੇ ਜੁੜਦੇ ਨੇ ਫਿਰ ਉਹ ਨਜ਼ਰ ਕਰਦਾ ਉਹਨਾਂ 'ਤੇ, ਉਹਨਾਂ ਨੂੰ ਕੁਛ ਐਕਸਟਰਾ ਬਣਾਉਂਦਾ। ਫਿਰ ਉਹ ਸੁਕਰਾਤ ਵਰਗੇ, ਭਾਈ ਤਾਰੂ ਸਿੰਘ, ਭਾਈ ਮਣੀ ਸਿੰਘ, ਬਾਬਾ ਦੀਪ ਸਿੰਘ, 10 ਗੁਰੂ ਸਾਹਿਬਾਨ, ਈਸਾ ਮਸੀਹ, ਹਜ਼ਰਤ ਮੁਹੰਮਦ ਸਾਹਿਬ, ਜੇ ਆਪਾਂ ਗੱਲ ਕਰਦੇ ਹਾਂ ਸਾਰਿਆਂ ਦੀ, ਮਹਾਤਮਾ ਬੁੱਧ, ਮਹਾਵੀਰ ਜੈਨ, ਉਹਨਾਂ ਨੇ ਵੀ ਤਾਂ ਬੰਧਨ ਤੋੜੇ ਸੀ ਨਾ, ਕੁਛ ਐਕਸਟਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ। ਹੁਣ ਜੇ ਮਹਾਤਮਾ ਬੁੱਧ ਜੀ ਦੀ ਗੱਲ ਕਰੀਏ, ਹੈ ਤਾਂ ਉਹ ਵੀ ਰਾਜੇ ਪਰਿਵਾਰ 'ਚੋਂ ਸੀ, ਚਲੋ ਜੀਵਨ ਸੀ, ਪਰ ਉਹਨਾਂ ਨੇ ਜੋ ਵੀ ਉਹੋ ਜਿਹਾ ਮਾਹੌਲ ਸੀ, ਜੋ ਸਮਝ ਪਈ, ਉਹਨਾਂ ਨੇ ਬੰਧਨ ਤੋੜੇ ਨਾ ਸਿਸਟਮ ਦੇ ਆਪਣੇ। ਪਰ ਸਮਾਜ ਨੂੰ ਕੁਛ ਦੇ ਕੇ ਗਏ ਨੇ। ਅੱਜ ਕੱਲ੍ਹ ਦੇ ਡੇਰਿਆਂ ਵਾਂਗੂ ਨਹੀਂ ਹੈ ਕਿ ਮੌਜਾਂ ਕਰਦੇ ਸੀ, ਉਹ ਸਮਾਜ ਨੂੰ ਕੁਛ ਦੇ ਕੇ ਗਏ ਸੀ, ਕੁਝ ਨਾ ਕੁਝ ਦੇ ਕੇ ਜਾ ਰਹੇ ਸੀਗੇ।
ਠੀਕ ਹੈ। ਬਾਅਦ ਦੇ ਵਿੱਚ ਜਿਹੜਾ ਪੁਜਾਰੀ ਵਰਗ ਜੁੜਿਆ ਹੁੰਦਾ ਹੈ ਉਹ ਗਲਤ ਰਸਤਿਆਂ 'ਤੇ ਤੋੜ ਦਿੰਦਾ। ਬਾਰ-ਬਾਰ ਆਪਾਂ ਗੱਲ ਕਹਿੰਦੇ ਹੁਣ ਆਪਣੇ ਗੁਰਸਿੱਖਾਂ ਦੇ ਵਿੱਚ ਗੁਰਦੁਆਰਿਆਂ 'ਚ ਕੀ ਹਾਲਾਤ ਹੋਏ ਪਏ ਨੇ, ਪੁਜਾਰੀ ਕੀ ਪੁੱਠੇ ਸਿੱਧੇ ਕੰਮ ਕਰਾਈ ਜਾਂਦੇ ਗ੍ਰੰਥੀ। ਕਈ ਗੁਰਦੁਆਰੇ ਤਾਂ ਸਮਝ ਆਉਂਦੀ ਹੈ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਵੀ ਹੈ, ਉੱਥੇ ਫਿਰ ਜਾਤ ਪਾਤ ਦੇ ਹਿਸਾਬ ਨਾਲ ਲੋਕਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ। ਮਤਲਬ ਕਹਿਣ ਦੀ ਗੱਲ ਹੈ, ਪੁਜਾਰੀ ਦੀ ਗੱਲ ਹੈ। ਜਦ ਕਿ ਉਹ ਵਿਅਕਤੀ ਜੋ ਮਹਾਨ ਸੀਗੇ ਉਹ ਸਮਾਜ ਵਾਸਤੇ ਆਪਣਾ ਜੀਵਨ ਦੇ ਕੇ ਗਏ ਨੇ, ਬਲੀਦਾਨ ਕਰਕੇ ਗਏ ਨੇ ਆਪਣੇ ਆਪ ਨੂੰ। ਜਿਨ ਸਤਿਗੁਰ ਮਿਲਿਆ ਸੇਵੜ ਭਾਗੀ, ਪੂਰੇ ਕਰਮ ਮਿਲਾਵਨਿਆ। ਪਰ ਜਿਸ ਨੂੰ ਸਤਿਗੁਰ ਮਿਲ ਜਾਂਦਾ ਹੈ ਕਿਸੇ ਵੀ ਉਮਰ 'ਚ, ਸੱਚਾ ਗੁਰੂ ਮਿਲ, ਸਤਿਗੁਰੂ ਮਤਲਬ ਸੱਚਾ ਗੁਰੂ, ਕਹਿੰਦੇ ਉਹਦੇ ਫਿਰ ਵਡਭਾਗ ਹੋ ਜਾਂਦੇ ਨੇ, ਫਿਰ ਉਹਦੇ ਕਰਮ ਦੁਆਰਾ ਜਾਗ ਪੈਂਦੇ ਨੇ, ਫਿਰ ਉਹ ਮਿਲ ਜਾਂਦਾ ਉਸ ਦੇ ਵਿੱਚ, ਇੱਕਮਿਕ ਹੋ ਜਾਂਦੇ ਨੇ। ਜਿਵੇਂ ਭਾਈ ਲਹਿਣਾ ਜੀ ਗੁਰੂ ਦਾ ਰੂਪ ਹੋ ਗਏ, ਗੁਰੂ ਅਮਰਦਾਸ ਜੀ ਗੁਰੂ ਦਾ ਰੂਪ ਹੋ ਗਏ। ਗੁਰੂ ਅਮਰ ਦੇ 60 ਸਾਲ ਤੱਕ ਗੁਰੂ ਜੀ ਕਿਹੜਾ ਜੁੜੇ ਹੋਏ ਸੀ ਗੁਰੂ ਅਮਰਦਾਸ ਜੀ ਕਿਸੇ ਨਾਲ, ਉਹ ਵੀ ਤਾਂ ਆਪਣੇ ਪੂਰਬਲੇ ਉਹੀ ਪੁਰਾਣੇ ਸਿਸਟਮ 'ਚ ਲੱਗੇ ਹੋਏ ਸੀਗੇ। ਪਰ ਕਿਤੇ ਨਾ ਕਿਤੇ ਮਨ 'ਚ ਇੱਕ ਪਿਆਰ ਸੀ, ਫਰਕ ਹੁੰਦਾ ਦੇਖੋ ਹਰ ਇੱਕ ਦੇ ਪਿਆਰ ਸੀ, ਉਹ ਪਿਆਰ ਖਿੱਚ ਕੇ ਲੈ ਗਿਆ ਵੀ ਯਾਰ ਕੁਛ ਕਰਨਾ ਜ਼ਿੰਦਗੀ 'ਚ। ਸਮਝ ਪਈ, ਕਹਾਣੀ ਕਲੀਅਰ ਹੋਈ, ਜੁੜ ਗਏ, ਕਹਾਣੀ ਚੇਂਜ। ਹੁਣ ਆਪਾਂ ਜੁੜਦੇ ਨਹੀਂ ਨਾ, ਆਪਾਂ ਸੁਣਦੇ ਹਾਂ, ਆਪਾਂ ਜੁੜਦੇ ਨਹੀਂ ਹੈਗੇ। ਆਪਣੇ ਲਈ ਸਿਰ ਕੰਨ ਰਸ ਬਣ ਜਾਂਦਾ ਹੈ, ਮਜ਼ੇ ਬਣ ਜਾਂਦੇ ਨੇ ਬਸ। ਪੇਈੜੈ ਤਨ ਅੰਦਿਨ ਸੁੱਤੀ, ਕੰਤ ਵਿਸਾਰੀ ਅਵਗਨ ਮੁੱਤੀ, ਅੰਦਿਨ ਸਦਾ ਫਿਰੈ ਬਿਲ ਲਾਦੀ, ਬਿਨ ਪਿਰ ਨੀਂਦ ਨਾ ਪਾਵਨਿਆ। ਜਿਹੜੀ ਜੀਵ ਇਸਤਰੀ ਇਸ ਲੋਕ ਵਿੱਚ ਹਰ ਵੇਲੇ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ, ਜਿਹੜੀ ਜੀਵ ਇਸਤਰੀ ਇਸ ਲੋਕ ਵਿੱਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਹੀ ਮਸਤ ਰਹਿੰਦੀ ਹੈ, ਸੁੱਤੀ ਰਹਿੰਦੀ ਹੈ, ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ। ਤੁਸੀਂ ਮੌਜਾਂ ਤਾਂ ਕਰੀ ਜਾਂਦੇ ਹੋ, ਪਰ ਪਰਮਾਤਮਾ ਤੁਹਾਨੂੰ ਭੁਲਾ ਦਿੱਤਾ ਵੀ ਖਾਈ ਚੱਲ, ਨਿਕਲੀ ਕੱਢੀ ਚੱਲ ਜੀਵਨ। ਮਰਨਾ ਤਾਂ ਨਹੀਂ ਹੈਗਾ, ਕੋਈ 50 ਸਾਲ ਦਾ, ਕੋਈ 60 ਸਾਲ ਦਾ, ਮਰ ਜਾਂਦਾ ਬੰਦਾ। ਪਰਮਾਤਮਾ ਵੀ ਕਹਿੰਦਾ ਠੀਕ ਹੈ, ਬਥੇਰੇ ਆਏ ਬਥੇਰੇ ਗਏ, ਔਰ ਉਹਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਇਸ ਚੀਜ਼ ਨਾਲ। ਠੀਕ ਹੈ ਜੀ, ਆਈ ਹੈਗਾ ਨਾ ਆਪਣਾ ਪੇਈੜਾ ਧਨ ਅੰਦਿਨ ਸੁੱਤੀ, ਪੇਕੇ ਘਰ ਇਸ ਘਰ ਵਿੱਚ ਸੁੱਤੀ ਹੋ ਰਹਿੰਦੀ ਹੈ। ਧਨ ਦਾ ਮਤਲਬ ਇਸਤਰੀ, ਜੀਵ ਇਸਤਰੀ। ਕੰਤ ਵਿਸਾਰੀ ਅਵਗਨ ਮੋਤੀ, ਕੰਤ ਨੇ ਵਿਸਾਰ ਦਿੱਤਾ। ਠੀਕ ਹੈ ਜੀ, ਪਤੀ ਕਹਿੰਦੇ ਆ ਵੈਸੇ ਪਰਮਾਤਮਾ। ਕੰਤ ਵਿਸਾਰੀ, ਅਵਗਨ ਦਾ ਮਤਲਬ ਔਗਣ ਦੇ ਕਾਰਨ। ਠੀਕ ਹੈ ਜੀ, ਮੂਤੀ ਮਤਲਬ ਛੱਡੀ ਹੋਈ, ਛੁੱਟੜ। ਆਪਣੇ ਔਗਣਾ ਕਰਕੇ ਪਰਮਾਤਮਾ ਨੇ ਉਸ ਨੂੰ ਛੱਡ ਦਿੱਤਾ, ਪਤੀ ਨੇ ਛੱਡ ਦਿੱਤਾ। ਅੰਦਿਨ ਸਦਾ ਫਿਰੈ ਬਿਲ ਲਾਦੀ, ਬਿਲ ਲਾਦੀ, ਅੰਦਿਨ ਸਦਾ ਫਿਰੈ ਬਿਲ ਲਾਦੀ, ਬਿਨ ਪਿਰ ਨੀਂਦ ਨਾ ਪਾਵਨਿਆ। ਉਹ ਜੀਵ ਇਸਤਰੀ ਹਰ ਵੇਲੇ ਦੁਖੀ ਹੋ ਕੇ ਭਟਕਦੀ ਹੀ ਫਿਰਦੀ ਰਹਿੰਦੀ ਹੈ। ਮਨ ਨੂੰ ਚੈਨ ਕਿਤੇ ਵੀ ਨਹੀਂ ਮਿਲਦਾ ਇਨਸਾਨ ਨੂੰ, ਚਾਹੇ ਜਿੰਨਾ ਮਰਜ਼ੀ ਕਮਾ ਲਵੇ। ਦੂਜਿਆਂ ਨੂੰ ਲੁੱਟ ਕੇ, ਜੇ ਦੂਜਿਆਂ ਨੂੰ ਲੁੱਟ ਕੇ ਲੋਕ ਹਟੇ ਹੁੰਦੇ ਤਾਂ ਨੇਤਾ ਲੋਕ ਸ਼ਾਇਦ ਸ਼ਾਂਤ ਹੋ ਜਾਂਦੇ। ਹੁਣ ਨੂੰ ਬਥੇਰਾ ਕਮਾਇਆ ਹੋਇਆ, ਕੋਈ ਲਿਮਟ ਹੀ ਨਹੀਂ ਹੈਗੀ, ਪਰ ਮਨ ਸ਼ਾਂਤ ਤਾਂ ਨਹੀਂ ਹੋ ਰਿਹਾ। ਹਜੇ ਵੀ ਲੋਕਾਂ ਨੂੰ ਲੁੱਟੀ ਜਾਂਦੇ ਨੇ, ਮਾਰੀ ਜਾਂਦੇ ਨੇ, ਲੁੱਟੀ ਜਾਂਦੇ ਨੇ, ਖਾਈ ਜਾਂਦੇ ਨੇ। ਕੋਈ ਆਪਣੇ ਪੰਥ ਦੀ ਦਰਦੀ ਬਣੇ ਹੋਏ ਨੇ ਬਥੇਰੇ ਨੇਤਾ, ਜਿਹਨੂੰ ਆਪਾਂ ਜਾਣਦੇ ਹਾਂ, ਨਾਮ ਉਹਨਾਂ ਦੇ ਕੰਮ ਲੈਣੇ ਨੇ ਆਪਾਂ ਨੇ। ਖਾਈ ਜਾਂਦੇ ਨੇ, ਕੌਮ ਨੂੰ ਲੁੱਟੀ ਜਾਂਦੇ ਨੇ, ਕੌਮ ਦਾ ਹੀ ਖਾਈ ਜਾਂਦੇ ਨੇ। ਮਤਲਬ ਅੰਨੇ ਬੇਦਰਦ ਹੋ ਜਾਂਦੇ ਨੇ, ਅੰਨੇ ਘਟੀਆਪਣ ਹੋ ਜਾਂਦਾ ਹੈ ਕਿ ਕੌਮ ਦਾ ਹੀ ਖਾਈ ਜਾਂਦੇ ਨੇ। ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਉਸ ਨੂੰ ਆਤਮਿਕ ਸੁੱਖ ਨਹੀਂ ਮਿਲਦਾ ਹੈ। ਪੇਈੜੈ ਸੁਖ ਦਾਤਾ ਜਾਤਾ, ਹੋ ਮੈਂ ਮਾਰ ਗੁਰ ਸ਼ਬਦ ਪਛਾਤਾ। ਜਿਸ ਨੇ ਆਪਣੇ ਹੰਕਾਰ ਨੂੰ ਮਾਰ ਕੇ ਗੁਰੂ ਦੇ ਸ਼ਬਦ ਨਾਲ ਜਾਣ ਪਹਿਚਾਣ ਬਣਾਈ, ਆਪਣੇ ਹੰਕਾਰ ਨੂੰ ਮਾਰ ਕੇ, ਹਉਮੈ ਨੂੰ ਮਾਰ ਕੇ ਗੁਰੂ ਦੇ ਸ਼ਬਦ ਨਾਲ ਕੀ ਬਣਾਈ? ਪੇਈੜੈ ਸੁਖ ਦਾਤਾ ਜਾਤਾ। ਫਿਰ ਉਸਨੇ ਇਸ ਪੇਕੇ ਘਰ ਵਿੱਚ ਸੁੱਖ ਦੇਣ ਵਾਲੇ ਉਸ ਪ੍ਰਮਾਤਮਾ ਨੂੰ ਜਾਣ ਲਿਆ। ਪਰ ਕਦੋਂ? ਜਦੋਂ ਗੁਰੂ ਦੇ ਅਨੁਸਾਰ ਆਪਣਾ ਜੀਵਨ ਜੀ ਕੇ ਆਪਣੇ ਹਉਮੈ ਨੂੰ ਮਾਰਿਆ, ਖਤਮ ਕੀਤਾ। ਸੇਜ ਸੁਹਾਵੀ ਸਦਾ ਪਿਰ ਰਾਵੇ। ਫਿਰ ਜਿਹੜੀ ਉਹਦੀ ਸੇਜ ਹੈ ਬੜੀ ਸੋਹਣੀ ਬਣ ਜਾਂਦੀ ਹੈ। ਜੀਵਨ ਦੀ ਜਿਹੜੀ ਸੇਜ ਹੈ ਨਾ, ਸੋਹਣੀ ਬਣ ਜਾਂਦੀ ਹੈ। ਸਦਾ ਪਿਰ ਰਾਵੇ, ਪਰਮਾਤਮਾ ਪਤੀ ਹਮੇਸ਼ਾ ਹੀ ਉਹਦੇ ਨਾਲ ਆਨੰਦਮਈ ਜੀਵਨ ਜਿੰਦਾ ਹੈ। ਠੀਕ ਹੈ ਜੀ। ਸੱਚ ਸ਼ਿੰਗਾਰ ਬਿਨਾ ਬਣਿਆ। ਫਿਰ ਉਹ ਜੀਵ ਇਸਤਰੀ ਸੱਚ ਦਾ ਸ਼ਿੰਗਾਰ ਬਣਾਉਂਦੀ ਹੈ, ਝੂਠੇ ਸ਼ਿੰਗਾਰ ਨਹੀਂ ਕਦੀ ਬਣਾਉਂਦੀ। ਕਿਹੜਾ ਸ਼ਿੰਗਾਰ ਬਣਾਉਂਦੀ ਹੈ? ਸੱਚ ਦਾ ਸ਼ਿੰਗਾਰ। ਸੱਚਾ ਜੀਵਨ ਹੁੰਦਾ, ਉਸ ਦੇ ਵਿੱਚ ਕੋਈ ਬਲ ਕਪਟ, ਛਲ ਕਪਟ ਨਹੀਂ ਹੁੰਦਾ।
ਲੱਖ 84 ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਕਹਿੰਦੇ ਲੱਖਾਂ ਹੀ 84 ਲੱਖ ਜੂਨ ਗੁਰੂ ਜੀ, ਤਾਂ ਵੈਸੇ ਇਹ ਐਗਜ਼ੈਕਟ ਨਹੀਂ ਲਿੱਤਾ ਗੁਰੂ ਜੀ ਨੇ, ਜਸਟ ਜੋ ਪ੍ਰਚਲਿਤ ਸੀ ਉਹੀ ਚੀਜ਼ ਲੈ ਲਈ ਵੀ ਇਹ ਲੱਖਾਂ ਹੀ ਜੂਨ ਪੈਦਾ ਹੋਈ ਹੋਈ ਹੈ, ਪਰ ਜਿਸ 'ਤੇ ਮਿਹਰ ਹੁੰਦੀ ਹੈ ਉਹੀ ਗੁਰੂ ਨੂੰ ਆ ਕੇ ਮਿਲਦਾ ਹੈ। ਭਾਵ ਉਲਟ ਕਰੋ, ਜੋ ਗੁਰੂ ਨੂੰ ਮਿਲਦਾ ਉਸ 'ਤੇ ਕੀ ਹੁੰਦੀ ਹੈ ਫਿਰ ਮਿਹਰ ਹੁੰਦੀ ਹੈ, ਕਿਉਂਕਿ ਗੁਰੂ ਨੂੰ ਮਿਲਣਾ ਬਹੁਤ ਔਖਾ ਹੈ। ਗੁਰੂ ਨੂੰ ਮਿਲਣਾ ਬਹੁਤ ਔਖਾ ਹੈ। ਲੋਕ ਸੌਖੇ ਰਸਤੇ ਭਾਲਦੇ ਨੇ। ਡੇਰਿਆਂ ਵੱਲ ਲੋਕ ਕਿਉਂ ਜਾਂਦੇ ਨੇ? ਡੇਰਿਆਂ ਵੱਲ ਲੋਕ ਕਿਉਂ ਜਾਂਦੇ ਨੇ? ਕਿਉਂਕਿ ਉਹ ਸ਼ਾਰਟਕੱਟ ਹੈ। ਬਸ ਜੀ ਆ ਇੱਕ ਦੇਤਾ ਸ਼ਬਦ ਪੜ੍ਹੀ ਚੱਲੋ, ਆ ਦੇਤਾ ਪੜ੍ਹੀ ਚੱਲੋ, ਬਸ ਤੁਹਾਡਾ ਆਹ ਕਰ ਦਾਂਗੇ, ਇੱਦਾਂ ਕਰ ਦਾਂਗੇ, ਬਸ ਉਹ ਸੌਖਾ ਭਾਲਦੇ ਨੇ। ਜਦ ਕਿ ਮਿਹਨਤ ਵਾਲੇ ਰਸਤੇ ਹਮੇਸ਼ਾ ਔਖੇ ਹੁੰਦੇ ਨੇ। ਗਿਣਤੀ ਦੇ ਸਾਇੰਟਿਸਟ ਕਿਉਂ ਹੁੰਦੇ ਨੇ? ਗਿਣਤੀ ਦੇ ਹੀ ਫਿਲੋਸਫਰ ਕਿਉਂ ਹੁੰਦੇ ਨੇ? ਬਹੁਤ ਭੇਡਾਂ ਫਿਰਦੀਆਂ ਦੁਨੀਆ 'ਤੇ, ਮੇਨ ਬੰਦਾ ਗਿਣਤੀ ਦੇ ਹੁੰਦੇ ਨੇ ਨਾ, ਪਰ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ। ਮੇਨ ਗੁਰਸਿੱਖਾਂ ਦੀ ਉਹ ਗੱਲ ਕਿਉਂ ਕਰਦੇ ਆ? ਮਿਹਨਤ ਕਰਨੀ ਪੈਂਦੀ ਹੈ। ਜਿਹੜੇ ਅਸਲੀ ਗੁਰਸਿੱਖ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਤਾਂ ਆਪਾਂ ਜਾਣਦੇ ਵੀ ਨਹੀਂ ਹੈਗੇ ਸ਼ਾਇਦ। ਜਿਹੜੇ ਸੱਚਮੁੱਚ ਕੁਛ ਲੱਗੇ ਹੋਏ ਨੇ ਕੌਮ ਲਈ ਕਰਨ, ਡਾਕਟਰ ਬ੍ਰਿਜਪਾਲ ਜੀ ਵਰਗੇ ਜਿਹੜੇ ਹੱਥੀਂ ਮਿਹਨਤ ਕੀਤੀ ਹੋਈ ਹੈ, ਡਾਕਟਰ ਵਰਿੰਦਰਪਾਲ ਜੀ ਨੇ ਜਿਹੜੇ ਹੁਣ ਪ੍ਰੋਫੈਸਰ ਨੇ ਖੇਤੀਬਾੜੀ ਯੂਨੀਵਰਸਿਟੀ ਦੇ, ਭਗਤ ਪੂਰਨ ਸਿੰਘ ਜੀ ਵਰਗੇ, ਇਹ ਗਿਣਤੀ ਦੇ ਲੋਕ ਨੇ ਜਿਹੜੇ ਸੱਚਮੁੱਚ ਜੀਵਨ ਨੂੰ ਕੁਛ ਦਿਸ਼ਾ ਦੇ ਰਹੇ, ਜਿਸ ਨਾਲ ਸਮਾਜ ਦੇ ਵਿੱਚ ਪਰਿਵਰਤਨ ਆਉਂਦਾ, ਭਲਾ ਹੁੰਦਾ। ਡੇਰਿਆਂ ਨਾਲ ਭਲਾ ਕਿੱਥੇ ਹੋ ਰਿਹਾ? ਜਿਹਨਾਂ ਨਾਲ ਭਲਾ ਹੁੰਦਾ ਜਿੰਨੇ ਵੀ ਵੀ ਗੱਲ ਕਰਦੇ ਨੇ ਲੋਕ, ਸਾਡੇ ਬੱਚੇ ਬਾਹਰ ਕਾਹਨੂੰ ਭੇਜਣੇ ਪੈਂਦੇ ਸਾਨੂੰ? ਮਾਂ ਬਾਪ ਇਕੱਲੇ ਰਹਿ ਰਹੇ ਨੇ, ਬੱਚੇ ਬਾਹਰ ਜਾ ਰਹੇ ਨੇ, ਅਸੀਂ ਇਹਦੇ ਨਾਲ ਖੁਸ਼ ਹੋਈ ਜਾਂਦੇ ਹਾਂ। ਕਹਿੰਦੇ ਇੱਕ ਬੰਦੇ ਨੇ ਬੜੀ ਸੋਹਣੀ ਗੱਲ ਲਿਖੀ ਸੀ, ਕਹਿੰਦੇ ਜਦੋਂ ਅਸੀਂ ਇੱਕ ਪਾਲਿਆ ਹੋਇਆ ਆਪਣਾ ਕਹਿੰਦੇ ਸਮਾਂ ਹੁੰਦਾ ਸੀ, ਅਸੀਂ ਅਗਰ ਕੋਈ ਭੇਡ ਬੱਕਰੀ ਜਾਂ ਗਊ ਪਾਲਦੇ ਸੀ, ਬੱਚਾ ਪਾਲਦੇ, ਅਗਰ ਉਸਨੂੰ ਵੇਚ ਕੇ ਆਉਂਦੇ ਸੀ ਨਾ, ਸਾਡੀਆਂ ਅੱਖਾਂ 'ਚੋਂ ਰੋਣਾ ਆ ਜਾਂਦਾ ਸੀ, ਉਹ ਨਾ ਪਿਆਰ ਬੰਨਾ ਹੁੰਦਾ ਸੀ। ਅਸੀਂ ਅੱਜ ਬੱਚਿਆਂ ਨੂੰ ਬਾਹਰ ਭੇਜੀਆਂ ਨੇ ਬੜੇ ਖੁਸ਼ ਹੋ ਕੇ, ਸਾਡੇ ਮਨ ਕਿਹੋ ਜਿਹੇ ਹੋ ਚੁੱਕੇ ਨੇ। ਆਪਣੇ ਦੂਰੇ ਘਰ ਰਹਿਣਾ, ਮੁੜ ਕੇ ਤਾਂ ਆਉਂਦੇ ਨਹੀਂ ਹੈਗੇ। ਕਿਲ ਬਿਖ ਕਾਟ ਸਦਾ ਜਨ ਨਿਰਮਲ, ਗੁਰੂ ਕੀ ਕਰਦੇ ਨੇ? ਕਿਲ ਬਿਖ ਕਾਟ, ਵਿਕਾਰਾਂ ਦੀ ਉਸ ਕਾਲਖ ਨੂੰ ਅੰਦਰੋਂ ਕੱਟ ਦਿੰਦੇ ਨੇ। ਸਦਾ ਜਨ ਨਿਰਮਲ, ਉਹ ਜਨ ਸਦਾ ਹੀ ਨਿਰਮਲ ਹੋ ਜਾਂਦੇ ਨੇ। ਦਰ ਸੱਚੈ ਨਾਮ ਸੁਹਾਵਨਿਆ, ਦਰ ਸੱਚੈ ਨਾਮ ਸੁਹਾਵਨਿਆ, ਉਹ ਸਦਾ ਹੀ ਥਿਰ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੇ ਨੇ। ਭਾਵ ਉਹ ਸਦਾ ਥਿਰ ਪ੍ਰਭੂ ਦੇ ਦਰ 'ਤੇ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਸੋਭਾ ਪਾਉਂਦੇ ਹਨ। ਸਦਾ ਹੀ ਉਸ ਪ੍ਰਭੂ ਦੇ ਨਾਮ ਦੀ ਕੀ ਪਾਉਂਦੇ ਨੇ? ਸੋਭਾ। ਹੁਣ ਜਿਹੜੇ ਸਾਥ ਨਾਲ ਜੁੜੇ ਸੋਭਾ ਨੇ, ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ, ਭਾਈ ਮਤੀ ਸਿੰਘ, ਪਤਾ ਨਹੀਂ ਅਣਗਿਣਤ ਸਿੱਖ ਨੇ ਜਿਹਨੂੰ ਆਪਾਂ ਨਾਮ ਸ਼ਾਇਦ ਭੁੱਲ ਜਾਂਦੇ ਹਾਂ, ਜਿਹਨਾਂ ਦੀ ਸੋਭਾ ਹੋਈ ਹੈ, ਜਿਹਨੂੰ ਜਾਣਦੇ ਅਸੀਂ। ਕਈ ਵਾਰ ਆਉਂਦੇ ਨੇ ਜਿੰਦਾ ਸ਼ਹੀਦ ਕਿਨੇ ਇੱਕ ਬਈ ਨਹੀਂ ਹਾਂ ਇਹ ਵੀ ਨੇ, ਚਲੋ ਇਹ ਸਾਰੇ ਹੋਏ ਨੇ, ਠੀਕ ਹੈ। ਇੱਕ ਸੀਗੇ ਜਿੰਦਾ ਸ਼ਹੀਦ ਭਾਈ ਤਖਤ ਸਿੰਘ, ਪਤਾ ਇੱਦਾਂ ਕੋਈ ਨਾਮ ਹੈ, ਮੇਰਾ ਨਾਮ ਵਿਸਰ ਗਿਆ ਮੂੰਹ 'ਚੋਂ, ਜਿਹੜਾ ਉਹਨਾਂ ਨੇ ਪਤਾ ਆਪਣਾ ਖਾਲਸਾ ਕਾਲਜ ਪਤਾ ਕਿਹੜਾ ਬਣਾਇਆ ਸੀ, ਕੁੜੀਆਂ ਦਾ ਕੋਈ ਬਣਾਇਆ ਸੀ। ਉਸ ਵਿਅਕਤੀ ਨੇ ਬਹੁਤ ਮਿਹਨਤ ਕੀਤੀ, ਘਰੋਂ ਗਰੀਬ ਸੀ, ਥਾਂ ਤੋਂ ਪੈਸੇ ਇਕੱਠੇ ਕਰਕੇ ਦੇਖੋ ਉਸਨੇ ਬਾਹਰ ਵੀ ਗਿਆ, ਪਹਿਲਾਂ ਕੁੜੀਆਂ ਦਾ ਕਾਲਜ ਖੜਾ ਕੀਤਾ ਸੀਗਾ, ਅਤੇ ਘਰ ਜਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ, ਬੱਚਿਆਂ ਨੂੰ ਪੜ੍ਹਾਉਣ ਭੇਜੋ, ਬੱਚਿਆਂ ਨੂੰ ਪੜ੍ਹਾਉਣ ਭੇਜੋ, ਪੜ੍ਹਾਓ। ਉਹਨੂੰ ਜਿੰਦਾ ਸ਼ਹੀਦ ਕਿਹਾ ਜਾਂਦਾ ਭਾਈ ਤਖਤ ਸਿੰਘ। ਦੇਖੋ ਨਾ ਜੀਵਨੀ ਪੜ੍ਹੋ, ਕੀ ਲਿੱਤਾ ਉਹਨਾਂ ਨੇ? ਕਿਸੇ ਕੁਛ ਲੈਣਾ ਸੀ? ਮੌਜਾਂ ਕਰਨੀਆਂ ਸੀ? ਜਦ ਕਿ ਘਰ ਜਾਣਾ, ਤੁਸੀਂ ਦੇਖੋ ਕਿੰਨੀ ਮਿਹਨਤ ਕਰਨੀ ਜਾਂਦੀ ਹੈ। ਉਹ ਜੀਵਨ ਨੂੰ ਲਾਤਾ, ਬਸ ਇੱਕ ਲਕਸ਼ 'ਚ ਲਾਤਾ ਵੀ ਕੁਛ ਕਰਨਾ ਯਾਰ, ਬਸ ਇਹ ਸੀ ਜਿੰਦਾ ਸ਼ਹੀਦ। ਲੇਖਾ ਮੰਗੈ ਤਾਂ ਕਿਨ ਦੀਐ, ਸੁਖ ਨਾਹੀ ਫੁਨ ਦੂਐ ਤੀਐ, ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਨਿਆ। ਗੁਰੂ ਜੀ ਕਹਿੰਦੇ ਅਸੀਂ ਜੀਵ ਸਦਾ ਭੁੱਲਣ ਹਾਰੇ ਹਾਂ। ਭੁੱਲ ਜਾਂਦੇ ਹਾਂ, ਗਲਤੀਆਂ ਹੋ ਜਾਂਦੀਆਂ ਨੇ, ਸਭ ਤੋਂ ਹੋ ਜਾਂਦੀਆਂ ਨੇ। ਡੇਰੇ ਵਾਲੇ ਤਾਂ ਮੰਨਦੇ ਨਹੀਂ ਹੈਗੇ, ਬਾਬੇ ਦਾ ਕਹਿੰਦੇ ਇਸ ਤਾਂ ਬੜੇ ਪਰਮਾਨੈਂਟ ਬਿਲਕੁਲ ਠੀਕ ਹੋ ਕੇ ਆਏ, ਸਾਡੇ ਤੋਂ ਗਲਤੀ ਹੁੰਦੀ, ਤਾਂ ਅਸੀਂ ਤਾਂ ਬਦਲਦੇ ਨਹੀਂ ਹੈਗੇ। ਉਹ ਬੰਦਾ ਉਹ ਕਦੀ ਨਹੀਂ ਬਦਲੂ ਜਿਹਨੇ ਕੱਲ ਪੱਕੀ ਕਰ ਲਈ ਕਿ ਮੈਂ ਤਾਂ ਪਰਮਾਨੈਂਟ ਠੀਕ ਹੈ, ਮੈਨੂੰ ਕੋਈ ਨਾ ਦੱਸੋ, ਹੈ ਹੀ ਨਹੀਂ। ਤਾਂ ਹੀ ਤਾਂ ਡੇਰੇ ਵਾਲੇ ਬਦਲਦੇ ਨਹੀਂ, ਬਾਬੇ ਬਦਲਦੇ ਨਹੀਂ। ਉਹ ਗਲਤ ਪਰੰਪਰਾਵਾਂ ਚਲਾਈ ਜਾਂਦੇ ਨੇ, ਗੁਰਸਿੱਖਾਂ ਨੂੰ ਗਲਤ ਰਸਤਿਆਂ 'ਤੇ ਤੋਰੀ ਜਾਂਦੇ ਨੇ, ਸਿੱਖ ਬੰਦਿਆਂ ਨੂੰ, ਤਾਂ ਲੋਕ ਵੀ ਜੁੜੀ ਜਾਂਦੇ ਨੇ, ਠੀਕ ਹੈ ਜੀ। ਪਰ ਗੁਰੂ ਜੀ ਕਹਿੰਦੇ ਗੁਰੂ ਜੀ ਤਾਂ ਆਪਣੇ ਆਪ ਨੂੰ ਵਿੱਚ ਲੈ ਕੇ ਕਹਿ ਰਹੇ ਨੇ ਕਿ ਅਸੀਂ ਜੀਵ ਕੀ ਹਾਂ, ਸਦਾ ਹੀ ਭੁੱਲਣ ਹਾਰੇ ਹਾਂ। ਇਹ ਜੇ ਪ੍ਰਭੂ ਸਾਡੇ ਕਿਤੇ ਕਰਮਾਂ ਦਾ ਹਿਸਾਬ ਮੰਗਣ ਲੱਗੇ ਤਾਂ ਕੋਈ ਹਿਸਾਬ ਨਹੀਂ ਦੇ ਸਕਦਾ। ਗੁਰੂ ਜੀ ਤਾਂ ਇਹ ਗੱਲ ਕਹਿ ਰਹੇ ਨੇ। ਭਾਵ ਲੇਖੇ ਵਿੱਚ ਪੂਰਾ ਨਹੀਂ ਉਤਰ ਸਕਦਾ ਕੋਈ ਵੀ ਜੀਵ। ਜੇ ਲੇਖੇ ਇਕੱਲੇ ਕਰੇ ਗੁਰੂ ਜੀ ਆਪਾਂ ਕਿਸੇ ਨੂੰ ਕਹੀ ਨਾ ਵੀ ਤੂੰ ਐਂ ਕਰ, ਮੇਰਾ ਹਿਸਾਬ ਕਰ ਦੇ,
ਕਿਸੇ ਨਾਲ ਕਰਦੇ ਨਾ ਗੱਲ ਆਪਾਂ, ਕਹਿੰਦੇ ਰੱਬ ਨਾਲ ਹਿਸਾਬ ਕਰਨ ਦੀ, ਪਰਮਾਤਮਾ ਨਾਲ ਹਿਸਾਬ ਦੀ ਗੱਲ ਕਰਾਂਗੇ ਫੇਰ ਲੇਖੇ ਨਹੀਂ ਪੂਰੇ ਹੁੰਦੇ ਹੈਗੇ। ਗਲਤੀ ਮੰਨ ਕੇ ਠੀਕ ਹੋ ਜਾਓ, ਬਸ ਇਹੀ ਲੇਖਾ ਹੈ, ਬਚੀ ਜਾਓਗੇ। ਜਿਹੜਾ ਸਿਰ ਨਵਾਈ ਜਾਊਗਾ, ਗਲਤੀ ਹੋਈ ਹੈ, ਅੱਗੇ ਵਧੀ ਜਾਊਗਾ, ਹੋਰ ਚੰਗਾ ਬਣੀ ਜਾਊਗਾ, ਉਹ ਬਚੀ ਜਾਊਗਾ। ਜਿਹੜਾ ਆਕੜ ਕੇ ਖੜ ਜਾਊਗਾ ਉਹ ਬਸ ਪਿੱਛੇ ਚਲਾ ਜਾਊਗਾ ਬੈਕ ਐਂਡ 'ਤੇ, ਕਿਉਂਕਿ ਉਹਨੇ ਅੱਗੇ ਵਧਣਾ ਹੀ ਨਹੀਂ ਕਦੀ, ਸਿੱਖਣਾ ਹੀ ਨਹੀਂ ਕਦੀ, ਕਿਉਂਕਿ ਆਪਣੇ ਨੂੰ ਉਹਨੇ ਪਰਫੈਕਟ ਮੰਨ ਲਿਆ। ਆਪਣੇ ਕੀਤੇ ਕਰਮਾਂ ਦਾ ਲੇਖਾ ਗਿਣਾਇਆ, ਭਾਵ ਲੇਖੇ ਵਿੱਚ ਸੁਰਖਰੂ ਹੋਣ ਦੀ ਆਸ ਤਾਂ ਕਿਸ ਨੂੰ ਆਤਮ ਆਨੰਦ ਮਿਲ ਹੀ ਨਹੀਂ ਸਕਦਾ। ਹੁਣ ਜਿਹੜਾ ਆਕੜ ਗਿਆ ਉਹਨੂੰ ਆਤਮ ਆਨੰਦ ਕਦੋਂ ਆਊਗਾ? ਤਾਂ ਆਪਣੇ ਹਉਮੈ ਦੇ ਵਿੱਚ ਹੀ ਜਲੀ ਜਾਊਗਾ ਹਮੇਸ਼ਾ। ਪ੍ਰਭੂ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਉਹਨਾਂ ਨੂੰ ਜਿਹੜੇ ਨੀਵੇਂ ਹੋ ਕੇ ਕਹਿ ਦਿੰਦੇ ਨੇ ਕਿ ਗੁਰੂ ਸਾਨੂੰ ਕੁਝ ਨਹੀਂ ਆਉਂਦਾ, ਅਸੀਂ ਸਿੱਖਣ ਆਏ ਹਾਂ। ਤਾਂ ਹੀ ਤਾਂ ਆਪਾਂ ਸਿੱਖ ਹਾਂ, ਕਿਉਂਕਿ ਆਪਾਂ ਕੀ ਕਹਿੰਦੇ ਅਸੀਂ ਕੀ ਕਰਨਾ ਆਏ ਹਾਂ? ਸਿੱਖਣ ਵਾਲਾ ਕੀ ਹੈ? ਸਿੱਖ। ਨੀਵਾਂ ਹੋ ਕੇ ਸਿੱਖਣਾ ਆਊਗਾ ਨਾ, ਕੋਈ ਆਕੜ ਕੇ ਕੌਣ ਸਿੱਖ ਸਕਦਾ ਕਿਸੇ ਤੋਂ? ਕੋਈ ਕਿਸੇ ਤੋਂ ਵੀ ਕੋਈ ਗੁਣ ਲੈਣਾ ਹੋਵੇ ਆਕੜ ਕੇ ਲੈ ਸਕਦੇ ਹਾਂ ਆਪਾਂ? ਨੀਵਾਂ ਹੋਵੇ, ਉਹ ਸਿੱਖਣ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ, ਤਾਂ ਉਹ ਗੁਣ ਮਿਲਦਾ। ਤਾਂ ਹੀ ਆਪਾਂ ਸਿੱਖ ਹਾਂ, ਅਦਰਵਾਈਜ਼ ਆਪਾਂ ਸਿੱਖ ਨਹੀਂ ਹਾਂ ਜੇ ਆਕੜੇ ਹੋਏ ਹਾਂ। ਆਪ ਕਰੇ ਤੈਂ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਨਾਨਕ ਨਾ ਮਿਲੈ ਵਡਿਆਈ, ਆਪੇ ਮੇਲ ਮਿਲਾਵਨਿਆ। ਸਭ ਜੀਵਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਪ੍ਰੇਰਨਾ ਕਰਕੇ ਜੀਵਾਂ ਪਾਸੋਂ ਕਰਾਉਂਦਾ ਹੈ। ਹੁਣ ਜਿਹੜੇ ਵਿਅਕਤੀ ਕੁਛ ਕਰਦੇ ਨੇ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਨਾ ਅੰਦਰੋਂ, ਤਾਂ ਇੱਥੇ ਵੀ ਪ੍ਰੇਰਨਾ ਇਹੀ ਹੈ ਕਿ ਮੈਂ ਨੀਵਾਂ ਹੋ ਕੇ ਕਹਾਂ ਪਰਮਾਤਮਾ ਤੂੰ ਹੀ ਕਰਾ ਰਿਹਾ, ਤਾਂ ਜੋ ਸਾਡੇ ਅੰਦਰ ਹੰਕਾਰ ਨਾ ਆਵੇ, ਹਉਮੈ ਨਾ ਆਵੇ। ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ, ਹੁਣ ਦੇਖੋ ਅਸੀਂ ਨੇ ਜੁੜਨਾ ਹੈ, ਮਿਹਨਤ ਕਰਨੀ ਹੈ, ਪਰ ਨੀਵਾਂ ਹੋ ਜਾਣਾ। ਗੁਰੂ ਨੇ ਕਿੰਨੀਆਂ ਮਿਹਨਤਾਂ ਕੀਤੀਆਂ, ਕਿੰਨੇ ਸਾਲ ਆਏ ਨੇ। ਗੁਰੂ ਅਮਰ ਪਾਤਸ਼ਾਹ ਨੇ 60 ਸਾਲ ਦੀ ਉਮਰ ਸ਼ੁਰੂ ਕਰਕੇ 72 ਸਾਲ ਦੀ ਉਮਰ ਤੱਕ 12 ਸਾਲ ਪੂਰੀ ਮਿਹਨਤ ਕੀਤੀ, ਪਰ ਸ਼ਬਦ 'ਚ ਕੀ ਕਹਿ ਰਹੇ ਨੇ? ਪ੍ਰਭੂ ਤੇ ਇੰਨੀ ਮਿਹਰ ਕੀਤੀ ਕਿ ਮੈਂ ਗੁਰੂ ਨਾਲ ਜੁੜਿਆ ਰਿਹਾ। ਇਹ ਨਿਮਰਤਾ ਹੀ ਹੈ ਨਾ। ਨਹੀਂ ਤਾਂ ਹੰਕਾਰ ਕਹਿੰਦਾ ਕਿ ਦੇਖੋ ਮੈਂ ਮਿਹਨਤ ਕੀਤੀ ਹੈ ਜੀ ਤਾਂ ਮਿਲਿਆ ਮੈਨੂੰ। ਨਿਮਰਤਾ ਫਿਰ ਉਹ ਹੋਰ ਸਿੱਖਦਾ, ਬੰਦਾ ਹੋਰ ਸਿੱਖਦਾ, ਹੋਰ ਸਿੱਖਦਾ, ਹੋਰ ਸਿੱਖਦਾ, ਜਿਹੜਾ ਨਿਮਰਤਾ ਚਾਹੁੰਦਾ ਅਤੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਉਸਦੇ ਦਰ ਤੋਂ ਉਸਦੇ ਨਾਮ ਸੱਚ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਸੱਚ ਵਿੱਚ ਸੱਚ ਬਣ ਜਾਂਦਾ ਹੈ, ਉਸ ਨੂੰ ਉਸਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਪ੍ਰਭੂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। ਕਰਮ ਕਰੀ ਚੱਲੀਏ, ਸੱਚੇ, ਅਸੀਂ ਵੀ ਸੱਚ ਦਾ ਰੂਪ ਬਣੀਏ, ਸੱਚ ਵਿੱਚ ਸਮਾਈਏ। ਇਹ ਨਾ ਸੋਚੀਏ ਕਿ ਕੀ ਕਰਨਾ ਹੈ ਜਾਂ ਕੋਈ ਪੈਸੇ ਮਿਲਣਗੇ, ਫਲਾਣਾ ਮਿਲੂਗਾ, ਧਨ ਧੁਨ ਛੱਡ ਦਈਏ ਉਸ ਚੀਜ਼ ਨੂੰ। ਬਸ ਇਹ ਸੋਚੀਏ ਮੈਂ ਸੱਚ ਬਣਨਾ, ਮੈਂ ਗੁਰੂ ਦਾ ਰੂਪ ਬਣਨਾ, ਸ਼ਬਦ ਦਾ ਰੂਪ ਬਣਨਾ। ਸੱਚ ਨਾਲ ਜੁੜਾਂਗੇ, ਸੱਚ ਵਰਗੇ ਬਣਾਂਗੇ, ਪ੍ਰਭੂ ਆਪ ਹੀ ਸਾਨੂੰ ਮਿਲਾ ਲੂਗਾ। ਉਹਦੀ ਟੈਨਸ਼ਨ ਹੈ ਮਿਲਾਣਾ ਨਾ ਮਿਲਾਣਾ, ਆਪਣੀ ਟੈਨਸ਼ਨ ਨਹੀਂ ਹੈਗੀ। ਆਪਾਂ ਸੱਚ ਬਣਨ ਦੀ ਮਿਹਨਤ ਕਰੀਏ। ਆਪਣੀ ਟੈਨਸ਼ਨ ਹੈ ਕਿ ਕੀ ਮੈਂ ਸੱਚ ਬਣਿਆ, ਕੀ ਮੈਂ ਸੱਚ ਬਣਿਆ, ਇਹ ਸਾਡੀ ਟੈਨਸ਼ਨ ਹੋਣੀ ਚਾਹੀਦੀ ਹੈ। ਇਹ ਸਾਡੇ ਦਿਮਾਗ 'ਤੇ ਲੋਡ ਹੋਣਾ ਚਾਹੀਦਾ ਹੈ ਕਿ ਅਸੀਂ ਸੱਚ ਬਣਨਾ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।